बीजेपी अज कह रही है वन नेशन वन इलेक्शन, जो रिपोर्ट्स आ रही है, ते कल नूं कहणगे कि इलेक्शन होना ही नहीं चाहिए। भारतीय जनता पार्टी की सरकार की बड़ियां कोशिश है कि ये जिहड़ी अलायंस है ये होवे ना। दिनों दिन यूनिटी जिहड़ी है तकड़ी हुंदी जा रही है, मनसूबे तकड़े हुंदे जा रहे हैं, लोगों का सपोर्ट सानू होर ज़्यादा मिलता जा रहा है ते वी आर गेटिंग स्ट्रोंगर एंड बेटर बाय एवरी डे। ते बीजेपी कहती सी अलायंस करने का मतलब है साइन ऑफ वीकनेस, कमजोरी की निशानी है। ਤੁਸੀਂ ਤਾਂ ਇੰਡੀਆ ਅਲਾਇੰਸ ਦੀ ਖੂਬਸੂਰਤੀ ਦੇ ਕਾਫੀ ਕਸੀਦੇ ਪੜ੍ਹ ਰਹੇ ਹੋ ਤੇ ਦੱਸ ਰਹੇ ਹੋ ਕਿਉਂ ਇਹ ਇਕੱਠੇ ਹੋਣੇ ਜ਼ਰੂਰੀ ਹੈ, ਪਰ ਤੁਹਾਡੇ ਆਪਣੇ ਲੀਡਰ ਇਕੱਠੇ ਹੋਣ ਨੂੰ ਤਿਆਰ ਨਹੀਂ। ਪੰਜਾਬ ਦੇ ਵਿੱਚ ਜਿਹੜੇ ਤੁਹਾਡੇ ਵਿਰੋਧੀ ਧਿਰ ਵਾਲੇ ਹੈ ਉੱਤੇ ਭਾਵੇਂ ਇਕੱਠੇ ਮੀਟਿੰਗਾਂ ਹੋ ਰਹੀਆਂ ਨੇ, ਪਰ ਉਹ ਕਹਿੰਦੇ ਵੀ ਸਾਡਾ ਤਾਂ ਆંકੜਾ ਹੀ ਇਹਨਾਂ ਨਾਲ 36 ਦਾ ਤੇ ਅਸੀਂ ਇਹਨਾਂ ਨਾਲ ਇਲੈਕਸ਼ਨ ਲੜ ਨਹੀਂ ਸਕਦੇ। ਉੱਥੇ ਗੱਲ ਹੋਰ ਆ, ਉਰੇ ਹੋਰ ਹੈ। ਕੀ ਪੰਜਾਬ 'ਚ ਚੋਣਾਂ ਨਹੀਂ ਹੋਣਗੀਆਂ? ਜਦੋਂ ਬੜੀ ਕੈਜੂਅਲੀ ਬੋਲਿਆ ਜਾਵੇ ਕਿ ਫਾਈਨਲ ਸੋਲੂਸ਼ਨ ਹੋ ਜਾਣਾ ਚਾਹੀਏ, ਫਾਈਨਲ ਸੋਲੂਸ਼ਨ ਮਤਲਬ ਤੁਸੀਂ ਹਰ ਇੱਕ ਮਾਈਨੋਰਿਟੀ ਨੂੰ ਮਾਰੋਗੇ ਨਾ ਜੀ। ਜਦੋਂ ਇੰਨੀ ਖਤਰਨਾਕ ਗੱਲ ਹੋਣੀ ਸ਼ੁਰੂ ਹੋ ਜਾਵੇ ਤਾਂ ਕੋਈ ਵੀ ਰਾਈਟ ਥਿੰਕਿੰਗ ਬੰਦਾ ਜਿਹੜਾ ਇਸ ਦੇਸ਼ 'ਚ ਵਿਸ਼ਵਾਸ ਕਰਦਾ ਉਹ ਜਾਗੂਗਾ ਤੇ ਕੋਈ ਵੀ ਰਾਈਟ ਥਿੰਕਿੰਗ ਪਾਰਟੀ ਇਕੱਠੀ ਹੋਊਗੀ। ਜਿਹੜੀ ਗੱਲ ਇਹ ਬੀਜੇਪੀ ਵਾਲੇ ਸੋਚਦੇ ਆ, ਉਹਨਾਂ ਨੂੰ ਇਹ ਲੱਗਦਾ ਹੈ ਕਿ ਦੇ ਵਾਂਟ ਟੂ ਕਲਰ ਦ ਹੋਲ ਕੰਟਰੀ ਇੱਕੋ ਰੰਗ 'ਚ, ਕਿ ਜੀ ਇੱਕੋ ਤਰ੍ਹਾਂ ਦੇ ਲੋਕ, ਇੱਕੋ ਤਰ੍ਹਾਂ ਦਾ ਸਾਰਾ ਕੁਝ, ਇੱਕੋ ਤਰ੍ਹਾਂ ਦਾ ਧਰਮ, ਇੱਕੋ ਤਰ੍ਹਾਂ ਦੀ ਫੋਲੋਇੰਗ। ਇਹ ਬਿੱਲ ਦੀ ਚਰਚਾ ਕਰਦੇ ਆ ਨਾ, ਤਾਂ ਉਹ ਬਿੱਲ ਲਿਆਂਦਾ ਜਾ ਰਿਹਾ, ਉਹ ਤਾਂ ਅਜੇ ਪੂਰਵ ਰਾਸ਼ਟਰਪਤੀ ਮਹਾਮਹਿਮ ਜੋ ਰਾਮਨਾਥ ਕੋਵਿੰਦ ਜੀ ਨੇ ਇੱਕ ਕਮੇਟੀ ਬਣਾਈ ਗਈ ਆ, ਉਹਨਾਂ ਨੇ ਉਸ ਤੇ ਸਾਰਿਆਂ ਦੇ ਸੁਝਾਅ ਲੈ ਕੇ ਫਿਰ ਆਪਣੇ ਸੁਝਾਅ ਦੇਣੇ ਨੇ। ਇਹ ਆਧਾਰਹੀਨ ਨੇਤਾ ਜਿਹੜੇ ਆ INDIA ਗੱਠਜੋੜ ਬਣਾ ਲਿਆ ਤੇ ਉਹ ਇਕੱਠੇ ਹੋ ਗਏ ਨੇ। ਕੋਈ ਨੇਤਾ ਥੋੜਾ ਸਰਕਾਰਾਂ ਬਦਲਦੇ ਆ, ਸਰਕਾਰ ਬਦਲਣੀ ਆ ਆਮ ਜਨਤਾ ਨੇ। ਵੋਟ ਤੰਤਰ ਦੇ ਵਿੱਚ ਗਰੇਵਾਲ ਸਾਹਿਬ ਇਹ ਕਿੱਦਾਂ ਤੁਸੀਂ ਕਹਿ ਦਿੱਤਾ ਕਿ ਲੋਕਾਂ ਦੇ ਮਹਿਬੂਬ ਲੀਡਰ ਜਿਹੜੇ ਆ ਉਹ ਮੋਦੀ ਜੀ ਨੇ, ਕਾਂਗਰਸ ਕਹਿੰਦੀ ਹੈ ਕਿ ਰਾਹੁਲ ਗਾਂਧੀ ਜੀ ਨੇ, ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕੇਜਰੀਵਾਲ ਜੀ ਨੇ। ਇਹ ਮੁਲਕ ਪ੍ਰਧਾਨ ਮੰਤਰੀ ਜੀ ਵੀ ਕਹਿ ਚੁੱਕੇ ਆ, ਸੰਸਦ ਦੇ ਅੰਦਰ ਵੀ ਕਹਿ ਚੁੱਕੇ ਆ, ਬਾਹਰ ਵੀ ਕਹਿ ਚੁੱਕੇ ਆ ਕਿ ਇਹ ਸਾਡਾ ਕਨਸਟੀਟਿਊਸ਼ਨ ਸਾਡੀ ਹੋਲੀ ਬੁੱਕ ਆ, ਇਹ ਸੰਵਿਧਾਨ ਦੇ ਮੁਤਾਬਕ ਹੀ ਚੱਲਦਾ, ਉਹਦੇ ਮੁਤਾਬਕ ਹੀ ਚੱਲਣਾ। ਕੋਈ ਨਾ ਕੋਈ ਚੀਜ਼ ਸ਼ਗੂਫਾ ਛੱਡ ਸਕਦੇ ਹੋ, ਛੱਡਣਗੇ। ਗੱਲ ਤਾਂ ਹੈ ਜਦੋਂ ਕਮੇਟੀ ਉਰੇ ਗੱਲ ਹੀ ਕੋਈ ਨਹੀਂ ਤਾਂ ਪ੍ਰਧਾਨ ਮੰਤਰੀ ਜੀ ਇਹਨੂੰ ਬੋਲੀ ਜਾ ਰਹੇ ਕਿ ਇਹ ਹੋਣਾ ਚਾਹੀਏ। ਅਸਲ ਵਿੱਚ ਇਹਦਾ ਕੀ ਮਤਲਬ ਹੈ? ਜਿਵੇਂ ਸੈਂਟਰ ਦੀ ਸਰਕਾਰ ਨੂੰ ਹੈ, ਮੈਨੂੰ ਇਹ ਦੱਸ ਦਿਓ ਕਿ ਜੇ ਸੈਂਟਰ ਦੀ ਸਰਕਾਰ ਨੂੰ 4 ਸਾਲ ਬਾਅਦ ਉਤਾਰ ਦਿੱਤਾ ਜਾਵੇ, ਸਾਲ ਘੱਟ ਜਾਂ 2 ਸਾਲ ਪਹਿਲਾਂ ਉਤਾਰ ਦਿੱਤਾ ਜਾਵੇ, ਜੋ ਤੁਸੀਂ ਸੁਜੈਸਟ ਕਰ ਰਹੇ ਹੋ, ਤਾਂ ਕੀ ਸੈਂਟਰ ਨੂੰ ਮਨਜ਼ੂਰ ਹੈ ਉਹ? ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਗੱਲ ਕਰਾਂਗੇ ਇੰਡੀਆ ਮੰਥਨ ਦੇ ਵਿੱਚ ਕੀ ਕੁਝ ਹੋਇਆ, ਸੀਟ ਸ਼ੇਅਰਿੰਗ ਨੂੰ ਲੈ ਕੇ ਕੀ ਕੋਈ ਰਣਨੀਤੀ ਘੜੀ ਗਈ ਹੈ, ਕਦੋਂ ਤੱਕ ਇਹਦੇ ਉੱਤੇ ਬੈਠਕਾਂ ਹੋਣਗੀਆਂ, ਕਿ ਪੰਜਾਬ ਦੇ ਵਿੱਚ ਆਪ ਤੇ ਕਾਂਗਰਸ ਇਕੱਠੇ ਰਹਿਣਗੇ, ਔਰ ਜਿਹੜਾ ਸਪੈਸ਼ਲ ਸੈਸ਼ਨ ਕਾਲ ਕੀਤਾ ਗਿਆ ਸੈਂਟਰ ਦੇ ਵੱਲੋਂ ਉਹਦੇ ਉੱਤੇ ਕਾਫੀ ਕਿਆਸੇ ਲਾਏ ਜਾ ਰਹੇ ਆ। ਕਈ ਤਰ੍ਹਾਂ ਦੀਆਂ ਕਿਆਸਰਾਈਆਂ ਨੇ ਕਿ ਵਨ ਵੋਟ ਵਨ ਨੇਸ਼ਨ ਨੂੰ ਲੈ ਕੇ ਕਿਸੇ ਤਰੀਕੇ ਦਾ ਕੋਈ ਉਹਦੇ ਉੱਤੇ ਕੋਈ ਫੈਸਲਾ ਆ ਸਕਦਾ, ਕੋਈ ਐਲਾਨ ਹੋ ਸਕਦਾ ਹੈ, ਪਰ ਇਹ ਗੱਲ ਇੰਨੀ ਸੌਖੀ ਨਹੀਂ ਹੈ। ਪਰ ਦੂਸਰੇ ਪਾਸੇ ਗੱਲ ਇਹ ਵੀ ਤੁਰਦੀ ਹੈ ਜਦੋਂ 8 ਨਵੰਬਰ ਨੂੰ ਮੁਲਕ ਦੀ ਕਰੰਸੀ ਬਾਰੇ ਫੈਸਲਾ ਲਿਆ ਜਾ ਸਕਦਾ ਹੈ, ਜਦੋਂ NRC CA ਨੂੰ ਲੈ ਕੇ ਫੈਸਲਾ ਲਿਆ ਜਾ ਸਕਦਾ ਹੈ, ਤਾਂ ਇਹ ਸਰਕਾਰ ਨੇ ਹੁਣ ਜਦੋਂ ਵੱਡੇ ਫੈਸਲੇ ਲਏ ਆ ਤਾਂ ਇਸ ਸੰਬੰਧੀ ਵੀ ਹੋ ਸਕਦਾ ਕਿ ਕੋਈ ਫੈਸਲਾ ਲਿਆ ਜਾ ਸਕੇ। ਪਰ ਉਸ ਤੋਂ ਬਾਅਦ ਦੀ ਕੰਡੀਸ਼ਨ ਕੀ ਹੋਏਗੀ, ਕਿਉਂਕਿ ਇਹ ਮੁਲਕ ਦੀ ਜਿਹੜੀ ਖੂਬਸੂਰਤੀ ਹੈ ਉਹ ਅਨੇਕਤਾ ਦੇ ਵਿੱਚ ਪਈ ਏਕਤਾ ਵਾਲੀ ਹੈ। ਉਹ ਸਭ ਨੂੰ ਇੱਕ ਨਜ਼ਰ ਨਾਲ, ਇੱਕ ਰੱਸੇ ਨਾਲ ਕਿਵੇਂ ਬੰਨ੍ਹ ਕੇ ਵੇਖ ਸਕਦੇ ਹੋ। ਜਦੋਂ ਸਾਡੇ ਜੇਕਰ ਇਸ ਦੁਨੀਆ ਦੇ ਸਿਸਟਮ ਨੂੰ, ਢਾਂਚੇ ਨੂੰ ਦੇਖਿਆ ਜਾਵੇ ਜਿਹਦੇ ਵਿੱਚ ਹਰ ਚੀਜ਼ ਦੋ ਤਰੀਕੇ ਨਾਲ ਚੱਲਦੀ ਹੈ, ਹਰ ਚੀਜ਼ ਦੇ ਦੋ ਪਹਿਲੂ ਹੈ। ਸੋ ਧਰਤੀ ਦੇ ਨਾਲ ਅਸਮਾਨ ਵੀ ਹੈ, ਮਾਂ ਦੇ ਨਾਲ ਪਿਓ ਵੀ ਹੈ, ਲੋਕ ਸਭਾ ਦੇ ਨਾਲ ਰਾਜ ਸਭਾ ਵੀ ਹੈ, ਮੁੱਖ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਹੈ, ਰਾਜਪਾਲ ਨਾਲ ਰਾਸ਼ਟਰਪਤੀ ਹੈ, ਤੇ ਉੱਥੇ ਫਿਰ ਇਹ ਸਾਰਾ ਕੁਝ ਕਿਵੇਂ ਸੰਭਵ ਹੋਏਗਾ ਇਹਦੇ ਬਾਰੇ ਗੱਲ ਕਰਾਂਗੇ। ਪਰ ਇਸ ਉੱਤੇ ਹੋ ਰਹੀ ਬਿਆਨਬਾਜ਼ੀ ਔਰ ਇਸ ਨੂੰ ਲੈ ਕੇ ਜਿਹੜੇ ਆਏ ਹੋਏ ਪੋਲੀਟੀਕਲ ਰੱਦੇ ਅਮਲ ਹੈ, ਇੱਕ ਵਾਰੀ ਉਹਨਾਂ ਤੇ ਨਜ਼ਰ ਮਾਰ ਲਾਂਗੇ, ਫਿਰ ਸਮਝਾਂਗੇ ਕਿ ਇਹ ਕਿਉਂ ਹੋ ਰਿਹਾ ਤੇ ਸੈਸ਼ਨ ਨੂੰ ਲੈ ਕੇ ਕੀ ਹੈ, ਔਰ ਇੰਡੀਆ ਜਿਹੜਾ ਗੱਠਜੋੜ ਅਲਾਇੰਸ ਹੈ ਉਹਦੇ ਵਿੱਚ ਅੱਜ ਮੰਥਨ 'ਚ ਕੀ ਕੁਝ ਨਿਕਲਿਆ ਉਹ ਵੀ ਗੱਲ ਕਰਾਂਗੇ। वन नेशन वन इलेक्शन सिर्फ एक चर्चा का विषय नहीं है, बल्कि ये भारत की जरूरत है।
हर कुछ महीने में भारत में कहीं ना कहीं बड़े चुनाव हो रहे होते हैं। इससे विकास के कार्यों पर जो प्रभाव पड़ता है उसे आप सब भली भांति जानते हैं। ऐसे में वन नेशन वन इलेक्शन पर गहन अध्ययन और मंथन आवश्यक है। वन नेशन और वन इलेक्शन ठीक है, लेकिन उससे पहले फेयर इलेक्शन लीजिए। फेयर इलेक्शन हमारा नारा है, नॉट वन नेशन वन इलेक्शन। वी वांट फेयर इलेक्शन, जो आज देश में नहीं हो रहा है। और ये फेयर इलेक्शन जो हम मांग रहे हैं, ये टालने के लिए ये वन नेशन वन इलेक्शन का ये फंडा लेकर आए। अब सबको लगने लगा है कि ये इंडिया अलायंस मोदी सरकार के आने वाले समय में मोदी सरकार के पतन का कारण बनने वाला है। तो बहुत बड़ी बड़ी ताकतें इस इंडिया अलायंस को तोड़ने में लगेंगी, बहुत बड़ी बड़ी ताकतें। पिछले कुछ दिनों से मैं देख रहा हूँ जबरदस्ती क्या दिखाया जाएगा, इसकी उसके से लड़ाई हो गई, उसकी उससे लड़ाई हो गई, जबरदस्ती दिखाने की कोशिश की जाएगी, जबरदस्ती दिखाने की कोशिश की जाएगी। ਔਰ ਵਨ ਵੋਟ ਵਨ ਨੇਸ਼ਨ ਨੂੰ ਲੈ ਕੇ ਤਾਂ ਤੁਸੀਂ ਗੱਲਬਾਤ ਸੁਣੀ ਹੈ, ਪਰ ਇੰਡੀਆ ਅਲਾਈਅੰਸ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਇੱਕ ਦੂਸਰੇ ਦੇ ਧੁਰ ਵਿਰੋਧੀ ਨੇ ਤੇ ਉੱਪਰ ਜਾ ਕੇ ਜਦੋਂ ਇਸ ਗੱਠਜੋੜ ਦਾ ਹਿੱਸਾ ਬਣਦੇ ਆ ਤੇ ਗਰਾਊਂਡ ਦੇ ਉੱਤੇ ਬਿਆਨਬਾਜ਼ੀ ਕਿਸ ਤਰੀਕੇ ਦੀ ਰਹਿੰਦੀ ਹੈ। ਪੰਜਾਬ ਕਾਂਗਰਸ ਦਾ ਆਮ ਆਦਮੀ ਪਾਰਟੀ ਦੇ ਨਾਲ ਅਲਾਈਅੰਸ ਨੂੰ ਲੈ ਕੇ ਕੀ ਪ੍ਰਤੀਕਰਮ ਹੈ, ਉਹ ਤੇ ਨਜ਼ਰ ਮਾਰਾਂਗੇ। ਸਾਡਾ ਮੁੱਖ ਵਿਰੋਧੀ ਕੱਲ ਵੀ ਆਪ ਸੀ, ਅੱਜ ਵੀ ਆਪ ਹੈ ਤੇ ਆਂਦੇ ਕੱਲ ਨੂੰ ਵੀ ਆਪ ਰਹੇਗੀ। ਅਸੀਂ ਇਹਨਾਂ ਨਾਲ ਕੋਈ ਕਿਸੇ ਕਿਸਮ ਦਾ ਸਿਆਸੀ ਤੌਰ ਤੇ ਕੋਈ ਕਿਸੇ ਕਿਸਮ ਦਾ ਸਾਡਾ ਇੱਥੇ ਕੋਈ ਲੈਣ ਦੇਣ ਸੀਟਾਂ ਦਾ ਕਿਤੇ ਨਹੀਂ ਹੋਏਗਾ। ਅਸੀਂ ਇੰਡੀਪੈਂਡੈਂਟ ਲੜਾਂਗੇ, ਇੰਡੀਪੈਂਡੈਂਟ ਲੜਾਂਗੇ। ਸਾਡਾ ਅਲਾਈਅੰਸ ਇੰਡੀਆ ਅੱਪਰ ਲੈਵਲ ਤੇ ਹੈ। ਸਾਡੇ ਨਾਲ ਕਿਸੇ ਦਾ ਕੋਈ ਅਲਾਈਅੰਸ ਦੀ ਗੱਲ, ਕਿਸੇ ਪ੍ਰਕਾਰ ਦੀ ਕੋਈ ਚਰਚਾ, ਕਿਸੇ ਪ੍ਰਕਾਰ ਦਾ ਕੋਈ ਸਵਾਲ, ਕੋਈ ਚਰਚਾ ਹੀ ਨਹੀਂ। ਔਰ ਆਉਣਾ ਤੁਹਾਨੂੰ ਲੱਗਦਾ ਇਹ ਮੀਡੀਆ ਨੇ ਚਲਾਤਾ ਸੀਟ ਸ਼ੇਅਰਿੰਗ। ਇਹਦੇ ਜਿਹੜਾ ਬੰਦਾ ਇਹ ਕਹਿੰਦਾ ਵੀ ਸੀਟ ਸ਼ੇਅਰਿੰਗ ਹੋ ਗਈ ਹੈ, ਉਹਨੂੰ ਪੁੱਛ ਕੇ ਆਓ ਵੀ ਤੁਸੀਂ ਕਿਹਨੂੰ ਸੋਨੀਆ ਜੀ ਨੂੰ, ਖਰਗੇ ਸਾਹਿਬ ਨੂੰ ਜਾਂ ਕੇਜਰੀਵਾਲ ਜੀ ਨੂੰ ਤੁਸੀਂ ਮਿਲਿਆ ਹੋ? ਕਿਸੇ ਪ੍ਰਕਾਰ ਦੀ ਕਿਸੇ ਪਾਰਟੀ ਦੀ ਸੀਟ ਸ਼ੇਅਰਿੰਗ ਦੀ ਗੱਲ ਨਹੀਂ। ਔਰ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜਿੱਥੇ ਪਾਰਟੀਆਂ ਦੇ ਵਿੱਚ ਖੜੇ ਆ, ਉੱਥੇ ਹੀ ਦੂਸਰੇ ਜਿਹੜੇ ਇੰਡੀਆ ਅਲਾਈਅੰਸ ਤੋਂ ਬਾਹਰ ਹੈ ਉਹ ਵੀ ਤਰ੍ਹਾਂ ਦੀਆਂ ਚੁਟਕੀਆਂ ਲੈ ਰਹੇ ਆ। ਵਨ ਵੋਟ ਵਨ ਨੇਸ਼ਨ ਨੂੰ ਲੈ ਕੇ ਕਿਸ ਨੂੰ ਫਾਇਦਾ ਹੈ, ਕਿਸ ਨੂੰ ਨੁਕਸਾਨ ਹੈ, ਵੱਡਾ ਸਵਾਲ ਹੈ। ਤੁਸੀਂ ਕੀ ਸੋਚਦੇ ਹੋ? ਜਵਾਬ ਦੇ ਸਕਦੇ ਹੋ। ਅਸੀਂ ਲਾਈਵ ਹਾਂ ਕਿ ਇੰਡੀਆ ਗੱਠਜੋੜ ਦੀ ਤਾਕਤ ਤੋਂ ਹੀ ਕੇਂਦਰ ਸਰਕਾਰ ਬੁਖਲਾਈ ਹੈ, ਇਸੇ ਕਰਕੇ ਸਪੈਸ਼ਲ ਸੈਸ਼ਨ ਜਿਹੜਾ ਹੈ ਉਹ ਕਾਲ ਕੀਤਾ ਗਿਆ ਵੀ ਇਸ ਅਲਾਈਅੰਸ ਦੀ ਜਿਹੜੀ ਖੂਬਸੂਰਤੀ ਔਰ ਜਿਹੜੀ ਇਹਦੀ ਤਾਕਤ ਹੈ। ਔਰ ਇਸ ਦੇ ਨਾਲ ਹੀ ਸਵਾਲ ਇਹ ਵੀ ਹੈ ਕਿ ਦੇਸ਼ 'ਚ ਇੱਕ ਸਮੇਂ ਚੋਣਾਂ ਕਿਉਂ ਨਹੀਂ ਕਰਵਾਉਣਾ ਚਾਹੁੰਦੇ ਵਿਰੋਧੀ ਹਰ ਪੱਖ ਤੋਂ, ਕਿਉਂਕਿ ਚਰਚਾ ਹੋਣੀ ਚਾਹੀਦੀ ਹੈ। ਇਹਦਾ ਘੇਰਾ ਵਸੀਹ ਕੀਤਾ ਹੈ। ਅਸੀਂ ਮੈਂ ਵਾਰ-ਵਾਰ ਦੱਸ ਰਿਹਾ ਕਿ ਲਾਈਵ ਹੈ ਇਸ ਵੇਲੇ, ਤੁਸੀਂ ਆਪਣਾ ਕੋਈ ਵੀ ਸਵਾਲ ਸੁਝਾਅ ਰੱਖ ਸਕਦੇ ਹੋ। ਔਰ ਇੱਕ ਦੇਸ਼ ਇੱਕ ਚੋਣ ਜਿਹੜਾ ਇਹ ਫਾਰਮੂਲਾ ਜੇਕਰ ਆਉਂਦਾ ਹੈ, ਇਹਦਾ ਗੱਠਜੋੜ ਦੇ ਉੱਤੇ ਜਿਹੜਾ ਇੰਡੀਆ ਗੱਠਜੋੜ ਹੈ ਉਹਦਾ ਇਹਦੇ ਉੱਤੇ ਅਗਲਾ ਦਾ ਕਿਸ ਤਰੀਕੇ ਦਾ ਔਰ ਕਿਵੇਂ ਕਿਸ ਰੂਪ ਦਾ ਹੋਏਗਾ, ਉਹ ਵੀ ਦੇਖਣ ਵਾਲੀ ਗੱਲ ਹੋਵੇਗੀ। ਔਰ ਇਸ ਤੋਂ ਇਲਾਵਾ ਕਿ 2023 2024 ਤੇ 25 ਵਾਲੀਆਂ ਚੋਣਾਂ ਇਕੱਠੇ ਹੋਣਗੀਆਂ, ਜੇ ਹੋਣਗੀਆਂ ਕਿਸ ਤਰੀਕੇ ਦੇ ਨਾਲ ਹੋਣਗੀਆਂ ਔਰ ਉਹਦੀ ਕੀ ਸਟ੍ਰੈਟਜੀ ਬਣੇਗੀ, ਲਾਭ ਕਿਸ ਨੂੰ ਹੋਏਗਾ, ਨੁਕਸਾਨ ਜਿਹੜਾ ਕਿ ਕਿਸ ਨੂੰ ਹੋਏਗਾ। ਕਿ ਇਸ ਮੁਲਕ ਦੇ ਅੰਦਰ ਜਿਸ ਦੇ ਅੰਦਰ ਅਨੇਕਤਾ ਦੇ ਵਿੱਚ ਏਕਤਾ ਦੀ ਗੱਲ ਹੈ, ਜਿਹਦੇ ਵਿੱਚ ਹਜ਼ਾਰਾਂ ਮਜ਼ਹਬਾਂ ਜਾਤਾਂ ਧਰਮਾਂ ਦੇ ਲੋਕ ਰਹਿੰਦੇ ਹੋਣ, ਉੱਥੇ ਇੱਕ ਦੇਸ਼ ਇੱਕ ਚੋਣ ਦਾ ਫਾਰਮੂਲਾ ਸਹੀ ਹੈ, ਉਹ ਕਾਰਗਰ ਹੋਏਗਾ, ਉਹ ਸਾਰਥਕ ਹੋਏਗਾ। ਇਹ ਵੀ ਜਿਹੜਾ ਸਾਡਾ ਜਿਹੜਾ ਹੈ ਉਹ ਸਵਾਲ ਹੈ। ਸੋ ਇਹ ਸਾਰੇ ਸਵਾਲ ਜਿਹੜੇ ਹੈ ਇਸ ਨੂੰ ਲੈ ਕੇ ਜਿੱਥੇ ਆਏ ਹੋਏ ਮਹਿਮਾਨਾਂ ਨਾਲ ਕਰਾਂਗੇ ਤੇ ਉਹ ਤੁਹਾਡੇ ਸਾਹਮਣੇ ਵੀ ਰੱਖੇ ਹੈ, ਤੁਸੀਂ ਵੀ ਆਪਣਾ ਸੁਝਾਅ ਰੱਖ ਸਕਦੇ ਹੋ। ਔਰ ਇਸ ਚਰਚਾ ਦੇ ਵਿੱਚ ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰੂਫ ਕਰਵਾਉਂਦਾ ਇਸਤਕਬਾਲ ਕਰਾਂਗੇ। ਸਾਡੇ ਨਾਲ ਅਹਿਬਾਬ ਗਰੇਵਾਲ ਸਾਹਿਬ ਆਮ ਆਦਮੀ ਪਾਰਟੀ ਤੋਂ ਆਏ, ਜਨਾਬ ਇਸਤਕਬਾਲ ਹੈ। APS ਖੜਿਆਲ ਸਾਹਿਬ ਸਾਡੇ ਨਾਲ ਕਾਂਗਰਸ ਤੋਂ ਲੈ ਕੇ ਆਏ ਤਸ਼ਰੀਫ, ਜਨਾਬ ਤੁਹਾਡਾ ਜੀਓ ਆਇਆਂ ਨੂੰ। ਸਭ ਤੋਂ ਪਹਿਲਾਂ ਖੜਿਆਲ ਸਾਹਿਬ ਤੁਹਾਡੇ ਤੋਂ ਹੀ ਪੁੱਛਣਾ ਚਾਹੁੰਦਾ, ਦੋ ਪਹਿਲੂ ਨੇ, ਇੱਕ ਤਾਂ ਇੱਕ ਵੋਟ ਇੱਕ ਦੇਸ਼ ਨੂੰ ਲੈ ਕੇ ਕਾਂਗਰਸ ਕੀ ਸੋਚਦੀ ਹੈ, ਤੇ ਨਾਲ ਹੀ ਲੱਗਦਾ ਸਵਾਲ ਇਹ ਹੈ ਕਿ ਜਦੋਂ ਇੰਡੀਆ ਅਲਾਈਅੰਸ ਦੇ ਮੰਥਨ ਦੀ ਗੱਲ ਤੁਰ ਰਹੀ ਹੈ, ਤੁਹਾਡੇ ਲੀਡਰ ਪੈਰਲਲ ਬਿਆਨ ਦੇ ਰਹੇ ਆ। ਇੱਕ ਪਾਸੇ ਦਾ ਲੀਡਰ ਇਕੱਠੇ ਬੈਠੇ ਆ, ਦੂਜੇ ਪਾਸੇ ਕਹੀ ਜਾਂਦੇ ਆ ਕਿ ਸਾਡਾ ਤਾਂ ਇਹਨਾਂ ਨਾਲ ਫਰਕ ਹੀ ਬਹੁਤ ਹੈ, ਆંકੜਾ ਹੀ ਸਾਡਾ 36 ਦਾ, ਅਸੀਂ ਤਾਂ ਇਕੱਠੇ ਤੁਰ ਹੀ ਨਹੀਂ ਸਕਦੇ। ਇਹ ਗੱਲ ਕਿੱਧਰ ਜਾ ਰਹੀ ਹੈ? ਵੋਟਰ ਇਹਦੇ ਨਾਲ ਪਜ਼ਲ ਨਹੀਂ ਹੋਊਗਾ? ਧੰਨਵਾਦ ਜੀ। ਪਹਿਲਾਂ ਤਾਂ ਮੈਂ ਤੁਹਾਨੂੰ ਸਵਾਲ ਦਾ ਜਵਾਬ ਦਿੰਦਾ ਹੈ ਵੀ ਵੋਟਰ ਪਜ਼ਲ ਹੋਊਗਾ ਕਿ ਨਹੀਂ ਹੋਊਗਾ ਜੀ। ਵੋਟਰ ਲਈ ਸਭ ਤੋਂ ਅਹਿਮ ਹੈ ਸਾਡਾ ਦੇਸ਼,
ਸਾਡਾ ਲੋਕਤੰਤਰ ਤੇ ਸਾਡੇ ਦੇਸ਼, ਸਾਡੇ ਲੋਕਤੰਤਰ, ਸਾਡੇ ਸੰਵਿਧਾਨ ਨੂੰ ਬਚਾਉਣ ਲਈ ਸਾਰੀਆਂ ਪੋਲੀਟੀਕਲ ਪਾਰਟੀਆਂ ਲਾਈਕ ਮਾਈਂਡਡ ਜਿਹੜੀਆਂ ਦੇਸ਼ ਨੂੰ ਬਚਾਉਣਾ ਚਾਹੁੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਤਾਂ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਅਟੈਕ ਕਰ ਰਹੀ ਹੈ, ਓਬਲਿਟਰੇਟ ਕਰ ਰਹੀ ਹੈ ਸਾਡੇ ਲੋਕਤੰਤਰ ਨੂੰ, ਉਹਨੂੰ ਰੋਕਿਆ ਜਾ ਸਕੇ, ਸਰਕਾਰ ਤੋਂ ਲਾਇਆ ਜਾ ਸਕੇ। ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੋਈ ਦੇ ਹੈਵ ਲੈਫਟ ਨੋ ਸਟੋਨ ਅਨਟਰਨਡ ਟੂ ਬੇਸਿਕਲੀ ਟੇਕ ਅਵੇ ਦ ਡੈਮੋਕ੍ਰੇਸੀ ਤੇ ਟਰਨ ਇਟ ਇਨਟੂ ਡਿਕਟੇਟਰਸ਼ਿਪ। ਤੁਸੀਂ ਇਹ ਦੇਖੋ ਕਿ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ 9 ਸਾਲਾਂ ਦੇ ਵਿੱਚ ਇਹਨਾਂ ਨੇ ਸਿਰਫ ਔਰ ਸਿਰਫ ਬੇਰੁਜ਼ਗਾਰੀ, ਸਿਰਫ ਔਰ ਸਿਰਫ ਗੁਰਬਤ, ਸਿਰਫ ਔਰ ਸਿਰਫ ਮਹਿੰਗਾਈ, ਕਰਜ਼ਾ ਤੇ ਗਲੋਬਲ ਹੰਗਰ ਇੰਡੈਕਸ ਬਿਲਕੁਲ ਥੱਲੇ ਜਾਣਾ, ਫਰੀडम ऑफ प्रेस ਇੰਡੈਕਸ ਦੇ ਵਿੱਚ ਬਿਲਕੁਲ ਥੱਲੇ ਜਾਣਾ, ਵਾਅਦਾ ਕੋਈ ਡਿਲੀਵਰ ਨਾ ਕਰਨਾ, ਟਮਾਟਰ ਦੇ ਭਾਅ, ਦਾਲ, ਦਹੀਂ, ਦੁੱਧ, ਪਨੀਰ, ਤੁਸੀਂ ਕਿਸੇ ਚੀਜ਼ ਦੀ ਗੱਲ ਕਰ ਲਓ, ਡੀਜ਼ਲ, ਪੈਟਰੋਲ, ਸਭ ਚੀਜ਼ਾਂ ਦੇ ਰੇਟ ਵੱਧ ਗਏ। ਸੋ 9 ਸਾਲਾਂ ਦੇ ਵਿੱਚ ਆ ਚੀਜ਼ਾਂ ਦਿੱਤੀਆਂ, ਅਕਾਊਂਟੇਬਿਲਿਟੀ ਜ਼ੀਰੋ ਕਰਤੀ। ਪੀਐਮ ਸਾਹਿਬ ਨੇ ਇੱਕ ਦਫਾ ਪ੍ਰੈਸ ਕਾਨਫਰੰਸ ਨਹੀਂ ਕੀਤੀ 9 ਸਾਲਾਂ ਦੇ ਵਿੱਚ। ਹੁਣ ਗੱਲ ਇਹ ਹੈ ਧਾਲੀਵਾਲ ਸਾਹਿਬ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਬੜੀਆਂ ਕੋਸ਼ਿਸ਼ ਹੈ ਕਿ ਇਹ ਜਿਹੜੀ ਅਲਾਈਅੰਸ ਹੈ ਇਹ ਹੋਵੇ ਨਾ, ਜਿਹੜੀ ਆਪੋਜੀਸ਼ਨ ਯੂਨਿਟੀ ਹੈ ਇੰਡੀਆ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹਾਊਸ ਆਫ ਕਾਰਡਸ ਹੈ, ਪੱਤਿਆਂ ਦਾ ਘਰ ਹੈ, ਉਹ ਡਿੱਗਣਾ ਤੇ ਟੁੱਟਣਾ ਸ਼ੁਰੂ ਹੋ ਚੁੱਕਿਆ ਹੈ। ਪਹਿਲਾਂ ਹਿਮਾਚਲ 'ਚ ਡਿੱਗਿਆ, ਫਿਰ ਕਰਨਾਟਕਾ 'ਚ ਡਿੱਗਿਆ, ਹੁਣ 2024 'ਚ ਡਿੱਗੂਗਾ। ਸਾਡੀ ਪਹਿਲਾਂ ਆਪੋਜੀਸ਼ਨ ਯੂਨਿਟੀ ਸੀ 16 ਪਾਰਟੀਆਂ ਦੀ ਪਟਨਾ ਬਿਹਾਰ ਦੇ ਵਿੱਚ, ਉਹ ਤੋਂ ਬਾਅਦ ਦੂਜੀ ਮੀਟਿੰਗ ਹੋਈ ਬੰਗਲੌਰ ਦੇ ਵਿੱਚ 26+ ਪੋਲੀਟੀਕਲ ਪਾਰਟੀਆਂ ਦੀ, ਹੁਣ ਹੋ ਰਹੀ ਹੈ ਮੁੰਬਈ ਦੇ ਵਿੱਚ। ਦਿਨੋਂ ਦਿਨ ਯੂਨਿਟੀ ਜਿਹੜੀ ਹੈ ਤਕੜੀ ਹੁੰਦੀ ਜਾ ਰਹੀ ਹੈ, ਮਨਸੂਬੇ ਤਕੜੇ ਹੁੰਦੇ ਜਾ ਰਹੇ ਹੈ, ਲੋਕਾਂ ਦਾ ਸਪੋਰਟ ਸਾਨੂੰ ਹੋਰ ਜ਼ਿਆਦਾ ਮਿਲਦਾ ਜਾ ਰਿਹਾ ਹੈ ਤੇ ਵੀ ਆਰ ਗੈਟਿੰਗ ਸਟਰੋਂਗਰ ਐਂਡ ਬੈਟਰ ਬਾਈ ਐਵਰੀ ਡੇ। ਤੇ ਬੀਜੇਪੀ ਕਹਿੰਦੀ ਸੀ ਅਲਾਈਅੰਸ ਕਰਨ ਦਾ ਮਤਲਬ ਹੈ ਸਾਈਨ ਆਫ ਵੀਕਨੈਸ, ਕਮਜ਼ੋਰੀ ਦੀ ਨਿਸ਼ਾਨੀ ਹੈ। ਮੈਂ ਭਾਜਪਾ ਨੂੰ ਪੁੱਛੂੰਗਾ ਵੀ ਜੇ ਅਲਾਈਅੰਸ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਹੈ ਤਾਂ ਫਿਰ ਭਾਜਪਾ ਦੇ ਐਨਡੀਏ ਦੇ ਵਿੱਚ ਅਲਾਈਅੰਸ ਹੈ ਕਿਉਂ? ਆਪਦੀ ਅਲਾਈਅੰਸ ਤੋੜੇ ਭਾਜਪਾ। ਦੂਜੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸਾਈਮਲਟੇਨੀਅਸ ਮੀਟਿੰਗ ਕੀਤੀ ਸੀ ਜਦੋਂ ਬੰਗਲੌਰ ਦੇ ਵਿੱਚ ਅਸੀਂ ਮੀਟਿੰਗ ਰੱਖੀ ਸੀ ਤੇ ਬੰਬੇ ਦੇ ਵਿੱਚ ਵੀ ਜਿਹੜਾ ਅਲਾਈਅੰਸ ਹੈ ਇਹਨਾਂ ਦੇ ਉਹਨਾਂ ਨੇ ਸਾਈਮਲਟੇਨੀਅਸ ਮੀਟਿੰਗਸ ਰੱਖੀਆਂ। ਉਹਦਾ ਕਾਰਨ ਬੜਾ ਸਿੰਪਲ ਹੈ, ਭਾਰਤੀ ਜਨਤਾ ਪਾਰਟੀ ਦੀ ਪੌਖਲਾਹਟ ਤੇ ਘਬਰਾਹਟ। ਤੇ ਤੁਸੀਂ ਇਹ ਦੇਖੋ, ਮੈਂ ਬੀਜੇਪੀ ਨੂੰ ਇਹ ਪੁੱਛਣਾ ਚਾਹਣਾ ਹੈ ਕਿ ਜਿਹੜੀਆਂ ਤੁਸੀਂ ਕਹਿ ਰਹੇ ਨਾ ਬੜਾ ਰੌਲਾ ਪਾਇਆ, 30+ ਪੋਲੀਟੀਕਲ ਪਾਰਟੀਆਂ ਕਹਿੰਦੇ ਸਾਡੀ ਮੀਟਿੰਗ ਚ ਆਈਆਂ, ਕਿੰਨੀਆਂ ਰਜਿਸਟਰਡ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨਾਲ, ਇਹਨਾਂ ਨੂੰ ਪੁੱਛ ਲਿਓ। ਤੇ ਕਿੰਨਿਆਂ ਕੋਲੇ ਇੱਕ ਐਮਪੀ ਵੀ ਹੈਗਾ, ਇੱਕ ਵੀ ਐਮਪੀ ਹੋਵੇ ਇਹ ਦੱਸ ਦੇਣ ਕਿੰਨੀਆਂ ਕੋਲੇ ਹੈ। ਦੂਜੀ ਗੱਲ ਧਾਲੀਵਾਲ ਸਾਹਿਬ ਪਤਾ ਕੀ ਹੈ, ਆਪਾਂ ਸਮਝ ਲਈਏ ਕਿ ਬੀਜੇਪੀ ਅੱਜ ਕਹਿ ਰਹੀ ਹੈ 1 ਨੇਸ਼ਨ 1 ਇਲੈਕਸ਼ਨ, ਜੋ ਰਿਪੋਰਟਸ ਆ ਰਹੀਆਂ, ਤੇ ਕੱਲ ਨੂੰ ਕਹਿਣਗੇ ਕਿ ਇਲੈਕਸ਼ਨ ਹੋਣਾ ਹੀ ਨਹੀਂ ਚਾਹੀਦਾ। ਇਲੈਕਸ਼ਨ ਇੱਕ ਚੈਕਸ ਐਂਡ ਬੈਲੈਂਸਸ ਦਾ ਮੈਕੈਨਿਜ਼ਮ ਹੈ। ਫਰਜ਼ ਕਰੋ ਇੱਕ ਕਿਸੇ ਨੇ ਸਰਕਾਰ ਬਣਾ ਲਈ ਸੈਂਟਰ ਦੇ ਵਿੱਚ, ਲੋਕਾਂ ਨੂੰ ਪਤਾ ਵੀ 5 ਸਾਲ ਇਹਨਾਂ ਨੂੰ ਜਰਨਾ ਪੈਣਾ ਹੈ, ਲੇਕਿਨ ਲੋਕ ਆਪਦਾ ਫੀਡਬੈਕ, ਆਪਦਾ ਕ੍ਰਿਟਿਸਿਜ਼ਮ ਪੀਸ ਆਫ ਮਾਈਂਡ ਸਟੇਟ ਅਸੈਂਬਲੀ ਇਲੈਕਸ਼ਨ ਦੇ ਵਿੱਚ ਦੇ ਸਕਦੇ ਆ, ਪੰਚਾਇਤ ਇਲੈਕਸ਼ਨ ਦੇ ਵਿੱਚ ਦੇ ਸਕਦੇ ਆ, ਐਮਸੀ ਇਲੈਕਸ਼ਨ ਦੇ ਵਿੱਚ ਦੇ ਸਕਦੇ ਆ। ਇਹ ਉਹ ਵੀ ਖੋਣਾ ਚਾਹੁੰਦੇ ਲੋਕਾਂ ਤੋਂ ਹੱਕ, ਆਪਦੇ ਵੱਲੋਂ ਤਾਂ ਅਕਾਊਂਟੇਬਿਲਿਟੀ ਜ਼ੀਰੋ ਕੀਤੀ ਹੋਈ ਹੈ, ਜਵਾਬ ਦੀ ਜ਼ੀਰੋ। ਚਲੋ ਇਸ ਤੋਂ ਥੋੜਾ ਜਿਹਾ ਅੱਗੇ ਤੁਰੀਏ ਖੜਿਆਲ ਸਾਹਿਬ, ਪਰ ਤੇ ਜੋ ਪ੍ਰਤਾਪ ਬਾਜਵਾ ਜੀ, ਜੋ ਰਾਜਾ ਵੜਿੰਗ ਜੀ ਕਹਿ ਰਹੇ ਹੈ, ਤੁਸੀਂ ਤਾਂ ਇੰਡੀਆ ਅਲਾਈਅੰਸ ਦੀ ਖੂਬਸੂਰਤੀ ਦੇ ਕਾਫੀ ਕਸੀਦੇ ਪੜ੍ਹ ਰਹੇ ਹੋ ਤੇ ਦੱਸ ਰਹੇ ਹੋ ਕਿਉਂ ਇਹ ਇਕੱਠੇ ਹੋਣੇ ਜ਼ਰੂਰੀ ਹੈ, ਪਰ ਤੁਹਾਡੇ ਆਪਣੇ ਲੀਡਰ ਇਕੱਠੇ ਹੋਣ ਨੂੰ ਤਿਆਰ ਨਹੀਂ। ਸਾਡੇ ਸਾਰੇ ਲੀਡਰਸ ਇਕੱਠੇ ਹੈ, ਇਕੱਠੇ ਸੀਗੇ ਤੇ ਇਕੱਠੇ ਰਹਿਣਗੇ। ਦੂਜੀ ਗੱਲ, ਮੈਂ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਜੀ, ਨਹੀਂ ਮੈਂ ਤਾਂ ਅਲਾਈਅੰਸ ਦਾ ਜ਼ਿਕਰ ਕੀਤਾ ਨਾ ਵੀ ਅਲਾਈਅੰਸ ਨਾਲ ਰਹਿਣਗੇ ਕਿ ਨਹੀਂ ਰਹਿਣਗੇ। ਦੇਖੋ ਗੱਲ ਇਸ ਤਰ੍ਹਾਂ ਹੈ, ਜਿਹੜੀ ਅਲਾਈਅੰਸ ਹੈ ਉਹ ਨੈਸ਼ਨਲ ਲੈਵਲ ਤੇ ਹੈ। ਮੈਂ ਤੁਹਾਨੂੰ ਸਪਸ਼ਟ ਕਰਤਾ, ਪੰਜਾਬ ਦੇ ਵਿੱਚ ਐਸ ਸੱਚ ਕੁਝ ਵੀ ਨਹੀਂ ਹੈ। ਇਸ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਤੇ ਰਾਜਾ ਵੜਿੰਗ ਸਾਹਿਬ ਨੇ ਬੜਾ ਕਲੀਅਰਲੀ ਤੁਸੀਂ ਵੀਡੀਓ ਦੇ ਵਿੱਚ ਵੀ ਦਿਖਾਇਆ, ਸਪਸ਼ਟ ਕੀਤਾ ਹੋਇਆ। ਹੁਣ ਦੂਜੀ ਗੱਲ ਇਹ ਹੈ ਧਾਲੀਵਾਲ ਸਾਹਿਬ ਕਿ ਇਹ ਜਿਹੜਾ ਆਪਣਾ ਤੁਸੀਂ ਦੇਖਿਆ ਨਾ ਇੱਕ ਬਾਈਟ ਵੀ ਤੁਸੀਂ ਚਲਾਈ ਹੈ, ਉਹਦੇ ਵਿੱਚ ਕਹਿ ਰਹੇ ਹੈ ਲੀਡਰ ਕਿ ਭਾਜਪਾ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਲਾਈਅੰਸ ਫਿੱਕ ਪਵਾ ਦਈਏ, ਕਮਜ਼ੋਰ ਕਰ ਦਈਏ, ਲੋਕਾਂ ਨੂੰ ਮਿਸਲੀਡ ਤੇ ਮਿਸਗਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲੇਕਿਨ ਲੋਕ ਬੜੇ ਸਮਝਦਾਰ ਹੈ, ਭਾਜਪਾ ਦੀ ਪੰਜਾਬ ਦੇ ਵਿੱਚ ਐਗਜ਼ਿਸਟੈਂਸ ਨਾ ਦੇ ਬਰਾਬਰ ਹੈ ਤੇ ਬਹੁਤ ਜਲਦ ਹਿੰਦੁਸਤਾਨ ਦੇ ਵਿੱਚ ਵੀ ਐਗਜ਼ਿਸਟੈਂਸ ਨਾ ਦੇ ਬਰਾਬਰ ਕਰ ਦਾਂਗੇ। ਲੇਕਿਨ ਗੱਲ ਪਤਾ ਕੀ ਹੈ ਧਾਲੀਵਾਲ ਸਾਹਿਬ ਜੀ, ਸਾਡਾ ਬੀਜੇਪੀ ਦੀ ਕਾਦਤ ਬਣ ਚੁੱਕੀ ਹੈ, ਜਿਹੜਾ ਸਾਡਾ ਫੈਬਰਿਕ ਹੈ ਨਾ ਸੰਵਿਧਾਨ ਦਾ, ਸਾਡੇ ਲੋਕਤੰਤਰ ਦਾ, ਸਾਡੇ ਦੇਸ਼ ਦਾ, ਇਹਨੂੰ ਤੋੜਨ ਮਰੋੜਨ ਦੀ, ਤਾਂ ਕਿ ਆਪਦਾ ਇੱਕ ਇੰਪ੍ਰਿੰਟ ਛੱਡ ਸਕਣ ਸੋਸ਼ਲ, ਕਲਚਰਲ, ਲੀਗਲ ਤੇ ਪੋਲੀਟੀਕਲ ਦੇਸ਼ ਦੇ ਐਸਪੈਕਟ ਤੇ ਭਾਜਪਾ ਕੁਛ ਨਾ ਕੁਛ ਕਰਦੀ ਰਹਿੰਦੀ ਹੈ। ਐਸੇ ਐਬਸਰਡ ਡਿਸੀਜਨ, ਐਡਾ ਵੱਡਾ ਡਿਸੀਜਨ ਕਿਹਨੂੰ ਪੁੱਛਿਆ ਭਾਜਪਾ ਨੇ
ਕਿਹੜੇ ਸਟੇਕ ਹੋਲਡਰਸ ਨੂੰ ਪੁੱਛ ਲਿਆ, ਕਿਹੜੇ ਤੁਸੀਂ ਆਲ ਪਾਰਟੀ ਮੀਟ ਕਰ ਲਈ, ਕਿਹੜੇ ਤੁਸੀਂ ਸਟੇਟ ਦੀਆਂ ਪਾਰਟੀਆਂ ਨੂੰ ਬੁਲਾ ਕੇ ਪੁੱਛ ਲਿਆ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ। ਇੰਨੀ ਸਟੇਟਸ ਹੈ ਸਾਡੇ ਕੋਲੇ, ਇੰਨੀਆਂ ਯੂਨੀਅਨ ਟੈਰੀਟਰੀਜ਼ ਹੈ ਸਾਡੇ ਕੋਲੇ, 140+ ਕਰੋੜ ਲੋਕਾਂ ਦਾ ਦੇਸ਼ ਹੈ ਇਹ। ਤੁਸੀਂ ਇੱਕ ਪਾਰਟੀ ਸਾਰਾ ਕੁਝ ਡਿਸਾਈਡ ਕਰੋਗੇ? ਤੇ ਮੈਂ ਆਮ ਆਦਮੀ ਨੂੰ ਭਾਜਪਾ ਨੂੰ ਪੁੱਛਣਾ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਚੈਕਸ ਐਂਡ ਬੈਲੈਂਸਸ ਨੂੰ ਖਤਮ ਕਿਉਂ ਕਰਨਾ ਚਾਹੁੰਦੀ ਹੈ? ਤੇ ਦੂਜਾ ਪੁਆਇੰਟ ਧਾਲੀਵਾਲ ਸਾਹਿਬ, ਭਾਜਪਾ 4.5 ਸਾਲ ਕੁਝ ਨਹੀਂ ਕਰਦੀ, ਸਭ ਨੂੰ ਪਤਾ, ਅੰਡਰਸਟੂਡ ਹੈ। ਅਖੀਰਲੇ 5-6 ਮਹੀਨਿਆਂ ਦੇ ਵਿੱਚ ਮਾੜਾ ਮੋਟਾ ਕੰਮ ਕਰਦੀ ਸੀ, ਹੁਣ ਇਸ ਚੀਜ਼ ਕਰਕੇ ਉਹ ਵੀ ਬੰਦ ਹੋ ਜਾਣਾ। ਅੱਗੇ ਦੇਖਦੀ ਸੀ ਭਾਜਪਾ ਵੀ ਸਟੇਟ ਇਲੈਕਸ਼ਨ ਆ ਰਿਹਾ ਹੈ, ਆਪਾਂ ਨਾ ਕੁਝ ਕਰਦੇ ਹਾਂ। LPG ਸਿਲੰਡਰ ਦੇ ਰੇਟ ਘਟਾਏ ਇਹਨਾਂ ਨੇ ਅਖੀਰਲੇ 5-6 ਮਹੀਨਿਆਂ ਦੇ ਵਿੱਚ। ਇਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮੋਡਸ ਆਪਰੈਂਡੀ ਹੈ ਸਭ ਨੇ ਦੇਖ ਲਿਆ ਹੈ। ਹੁਣ ਜੇ ਵਨ ਨੇਸ਼ਨ ਵਨ ਇਲੈਕਸ਼ਨ ਹੁੰਦਾ ਹੈ, ਇਹਨਾਂ ਨੇ ਸੂਬਿਆਂ ਦੇ ਵਿੱਚ ਅਖੀਰਲੇ 4-5 ਮਹੀਨਿਆਂ ਜੋ ਕੰਮ ਕਰਦੇ ਸੀ ਉਹ ਵੀ ਨਹੀਂ ਕਰਨਾ। ਤੇ ਨਾਲੇ ਜੇ ਭਾਜਪਾ ਦੀ ਪ੍ਰੋਬਲਮ ਹੈ ਵੀ ਇਹਨਾਂ ਨੂੰ ਕੈਂਪੇਨ ਹੀ ਕਰਨੀ ਪੈਂਦੀ ਹੈ 24/7 24/7, ਉਹ ਸਾਡੀ ਤਾਂ ਕੋਈ ਗਲਤੀ ਨਹੀਂ। ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਗਵਰਨੈਂਸ ਨੂੰ, ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਡਿਵੈਲਪਮੈਂਟ ਨੂੰ, ਲੇਕਿਨ ਇਹ ਸਾਰਾ ਟਾਈਮ ਦਿੰਦੇ ਕੈਂਪੇਨਿੰਗ ਨੂੰ, ਵਿਚ ਇਜ਼ देयर ਪ੍ਰੋਬਲਮ। ਲਾਸਟ ਪੁਆਇੰਟ ਮੇਰਾ ਇਹ ਜੇ ਕਹਿਣਾ ਵੀ ਕਾਸਟ ਬਚੂਗਾ, ਪੈਸਾ ਬਚੂਗਾ, ਇਹਨਾਂ ਨੂੰ ਦੱਸ ਦਿਓ ਧਾਲੀਵਾਲ ਸਾਹਿਬ ਕਿ ਨਵੀਂ ਵੀਵੀਪੈਟ ਮਸ਼ੀਨ ਤੇ ਨਵੀਂ EVMs ਜੇ ਤੁਸੀਂ ਸਾਈਮਲਟੇਨੀਅਸ ਇਲੈਕਸ਼ਨ ਕਰਾਉਣੇ ਹੋ 10,000 ਕਰੋੜ ਦਾ ਖਰਚਾ ਸਿਰਫ ਇਸ ਚੀਜ਼ ਤੇ ਆ ਜਾਊਗਾ। ਸੋ ਕਾਸਟ ਵਾਲਾ ਆਰਗੂਮੈਂਟ ਖਤਮ ਕਰ ਦਿਓ। ਠੀਕ ਹੈ ਗਰੇਵਾਲ ਸਾਹਿਬ, ਗੱਲ ਇਹ ਹੈ ਵੀ ਜਿਹੜਾ ਅਲਾਈਅੰਸ ਬਣਾਇਆ ਹੈ, ਜਿਹੜਾ ਫੈਡਰਲ ਸਿਸਟਮ ਨੂੰ ਢਾਹ ਲੱਗ ਰਹੀ ਸੀ ਉਹਨੂੰ ਬਚਾਉਣ ਲਈ ਕਹਿੰਦੇ ਸਾਰੇ ਇੱਕ ਮੰਚ ਤੇ ਇਕੱਠੇ ਹੋਏ ਆ। ਤੁਸੀਂ ਮੰਨਦੇ ਹੋ ਕਿ ਵਾਕਈ ਇਕੱਠੇ ਹੋਏ ਆ? ਪੰਜਾਬ ਦੇ ਵਿੱਚ ਜਿਹੜੇ ਤੁਹਾਡੇ ਵਿਰੋਧੀ ਧਿਰ ਵਾਲੇ ਆ ਉੱਤੇ ਭਾਵੇਂ ਇਕੱਠੇ ਮੀਟਿੰਗਾਂ ਹੋ ਰਹੀਆਂ ਨੇ, ਪਰ ਉਹ ਕਹਿੰਦੇ ਵੀ ਸਾਡਾ ਤਾਂ ਆંકੜਾ ਹੀ ਇਹਨਾਂ ਨਾਲ 36 ਦਾ ਤੇ ਅਸੀਂ ਇਹਨਾਂ ਨਾਲ ਇਲੈਕਸ਼ਨ ਲੜ ਨਹੀਂ ਸਕਦੇ। ਉੱਥੇ ਗੱਲ ਹੋਰ ਆ, ਉਰੇ ਹੋਰ ਹੈ। ਕੀ ਪੰਜਾਬ 'ਚ ਚੋਣਾਂ ਨਹੀਂ ਹੋਣਗੀਆਂ? ਧਾਲੀਵਾਲ ਸਾਹਿਬ, ਮੈਂ ਪੰਜਾਬ ਤੇ ਆਉਣਾ, ਮੈਂ ਜ਼ਰਾ ਮਾਫੀ ਚਾਹੂੰਗਾ, ਮੈਂ ਜ਼ਰਾ ਅਲਾਇੰਸ ਦਾ ਮਕਸਦ ਦੱਸਦਾ। ਮੈਂ ਅਸ਼ਪ੍ਰੀਤ ਹੋਣਾ ਨਾਲ ਐਗਰੀ ਕਰਦਾ ਅੱਜ ਜਦੋਂ ਜੋ ਇਹ ਗੱਲਾਂ ਕਰ ਰਹੇ ਨੇ। ਤੇ ਇੱਕ ਚੀਜ਼ ਮੈਂ ਬਾਈ, ਬੀਜੇਪੀ ਤਾਂ ਆਈ ਨਹੀਂ, ਉਹਨਾਂ ਨੂੰ ਤਾਂ ਆਉਣਾ ਹੀ ਨਹੀਂ, ਤੁਸੀਂ ਦੇਖ ਲਿਓ। ਆਪਾਂ ਵੀ ਇੱਥੇ ਹਾਂ, ਇਹ ਜਵਾਬ ਨਹੀਂ ਦੇਣੇ ਕਿਤੇ, ਬੀਜੇਪੀ ਵਾਲੇ ਜਵਾਬ ਨਹੀਂ ਦੇਣਾ ਚਾਹੁੰਦੇ। ਟੂ ਮੱਚ ਡੈਮੋਕ੍ਰੇਸੀ ਤੇ ਟੂ ਮੱਚ ਕਨਸਟੀਟਿਊਸ਼ਨ ਤਰ੍ਹਾਂ ਦੇ ਬੰਦੇ ਕਹਿ ਰਹੇ ਸੀ। ਅਲਾਇੰਸ ਤਾਂ ਹੋਇਆ ਸਰ ਜਦੋਂ 1000 ਈਅਰ ਰਾਜ ਤੇ ਫਾਈਨਲ ਸੋਲੂਸ਼ਨ ਦੀਆਂ ਗੱਲਾਂ ਮੇਨ ਸਟ੍ਰੀਮ ਹੋ ਜਾਣ ਨਾ ਸਰ, ਜਦੋਂ ਬੜੀ ਕੈਜੂਅਲੀ ਬੋਲਿਆ ਜਾਵੇ ਕਿ ਅਬ ਫਾਈਨਲ ਸੋਲੂਸ਼ਨ ਹੋ ਜਾਣਾ ਚਾਹੀਏ। ਫਾਈਨਲ ਸੋਲੂਸ਼ਨ ਮਤਲਬ ਤੁਸੀਂ ਹਰ ਇੱਕ ਮਾਈਨॉरिटी ਨਹੀਂ ਮਾਰੋਗੇ ਨਾ ਜੀ। ਮੁਸਲਮਾਨ, ਸਿੱਖ, ਜੈਨ, ਬੌਧ, ਕ੍ਰਿਸਚੀਅਨ, ਟਰਾਈਬਲਸ, ਜਦੋਂ ਉਹ ਮਾਰਤੇ 60 ਕਰੋੜ ਹੋਣਗੇ, ਫਿਰ 30-35 ਕਰੋੜ ਦਲਿਤ ਨੇ, ਫਿਰ ਉਹਨਾਂ ਦੀ ਫੈਕਟਰੀਆਂ ਲਾ ਲਿਓ। ਜਦੋਂ ਇੰਨੀ ਖਤਰਨਾਕ ਗੱਲ ਹੋਣੀ ਸ਼ੁਰੂ ਹੋ ਜਾਵੇ ਤਾਂ ਕੋਈ ਵੀ ਰਾਈਟ ਥਿੰਕਿੰਗ ਬੰਦਾ ਜਿਹੜਾ ਇਸ ਦੇਸ਼ 'ਚ ਵਿਸ਼ਵਾਸ ਕਰਦਾ ਉਹ ਜਾਗੂਗਾ ਤੇ ਕੋਈ ਵੀ ਰਾਈਟ ਥਿੰਕਿੰਗ ਪਾਰਟੀ ਇਕੱਠੀ ਹੋਊਗੀ। ਸੋ ਫਸਟ ਥਿੰਗਸ ਫਸਟ, ਪਹਿਲਾ ਕਾਰਨ ਤਾਂ ਆ ਹੋ ਗਿਆ ਜੀ ਇਸ ਚੀਜ਼ ਦਾ। ਸੈਕਿੰਡ, ਇਸ ਅਲਾਇੰਸ ਦਾ ਮਹੱਤਵ ਕੀ ਹੈ ਸਰ ਕਿ ਬੀਜੇਪੀ ਨੂੰ 38%, ਬੀਜੇਪੀ ਐਂਡ ਐਲਾਈਜ਼ ਨੂੰ about 38% ਵੋਟ ਪਈ ਹੈ। ਸੋ 38 point something, ਸੋ 61 or 62% ਵੋਟ ਜਿਹੜੀ ਹੈ ਉਹ ਇਹਨਾਂ ਦੇ ਖਿਲਾਫ ਗਈ ਹੈ। ਹੁਣ ਉਹ ਵੋਟ, ਸਾਡੀ ਅਲਾਇੰਸ ਦਾ ਮਕਸਦ ਕੀ ਹੈ ਕਿ ਜਿਹੜੀ ਹਿੰਦੀ ਬੈਲਟ ਹੈ ਜਿਹਦੇ ਤੇ ਬੀਜੇਪੀ ਸਾਰਾ ਕੁਝ ਕਨਸੈਂਟਰੇਟ ਕਰਦੀ ਹੈ, ਹਿੰਦੀ ਬੈਲਟ ਦੇ ਵਿੱਚ ਬੀਜੇਪੀ ਕੀ ਕਰਦੀ ਹੈ ਕਿ ਇੱਕ ਧਰਮ ਵਿਸ਼ੇਸ਼ ਦੀ ਉਹਨਾਂ ਦਾ ਕੈਲਕੂਲੇਸ਼ਨ ਹੈ ਕਿ ਜੇ ਅਸੀਂ 50% ਵੋਟ ਲੈ ਲੈਂਦੇ ਹਾਂ, ਬਾਕੀਆਂ ਨੂੰ ਅਸੀਂ ਡਿਵਾਈਡ ਕਰ ਦਿੰਦੇ ਹਾਂ, ਅਸੀਂ ਈਜ਼ੀਲੀ ਹਾਫ ਵੇ ਮਾਰਕ ਲੋਕ ਸਭਾ 'ਚ ਕ੍ਰਾਸ ਕਰ ਲਾਂਗੇ। ਸਾਡਾ ਇਸ ਅਲਾਇੰਸ ਦਾ ਮਕਸਦ ਇਹ ਹੈ ਕਿ ਜਿਹੜੀ ਇਹਨਾਂ ਦੀ ਇੱਕ ਰਫ ਸ਼ਾਟ ਹੈ ਕਿ ਧਰਮ ਲਿਆਓ, ਮਜ਼ਹਬ ਲਿਆਓ, ਦੰਗੇ ਚੰਗੇ ਇੱਧਰ ਉੱਧਰ ਕਰਾਈ ਚੱਲੋ, ਛੋਟੀਆਂ ਲੈਬੋਰਟਰੀਆਂ ਬਣਾਓ, ਅੱਗ ਭਖਦੀ ਰੱਖੋ ਤੇ ਫਿਰ ਤੁਸੀਂ ਇਲੈਕਸ਼ਨ ਜਿੱਤ ਜਾਓਗੇ। ਸਾਡਾ ਬੇਸਿਕ ਮਕਸਦ ਸਭ ਤੋਂ ਪਹਿਲਾਂ ਤਾਂ ਉਹਨੂੰ ਨੇਗੇਟ ਕਰਨ ਦਾ, ਨੰਬਰ 1। ਨੰਬਰ 2, ਜਿਹੜੀ ਗੱਲ ਇਹ ਬੀਜੇਪੀ ਵਾਲੇ ਸੋਚਦੇ ਆ, ਉਹਨਾਂ ਨੂੰ ਇਹ ਲੱਗਦਾ ਹੈ ਕਿ ਦੇ ਵਾਂਟ ਟੂ ਕਲਰ ਦ ਹੋਲ ਕੰਟਰੀ ਇੱਕੋ ਰੰਗ 'ਚ, ਕਿ ਜੀ ਇੱਕੋ ਤਰ੍ਹਾਂ ਦੇ ਲੋਕ, ਇੱਕੋ ਤਰ੍ਹਾਂ ਦਾ ਸਾਰਾ ਕੁਝ, ਇੱਕੋ ਤਰ੍ਹਾਂ ਦਾ ਧਰਮ, ਇੱਕੋ ਤਰ੍ਹਾਂ ਦੀ ਫੋਲੋਇੰਗ। ਉਹ ਫੰਡਾਮੈਂਟਲੀ ਆਪਣੇ ਸੰਵਿਧਾਨ ਦੇ ਖਿਲਾਫ ਜਾਂਦਾ ਤੇ ਕਿਉਂਕਿ ਉਹ ਸੰਵਿਧਾਨ ਦੇ ਖਿਲਾਫ ਜਾਂਦਾ, ਅਸੀਂ ਇਹਨੂੰ ਮਾਫੀ ਚਾਹ ਰਹੇ ਗਰੇਵਾਲ ਸਾਹਿਬ, ਮਾਫੀ ਚਾਹ ਰਹੇ, ਤੁਹਾਨੂੰ 1 ਮਿੰਟ ਲਈ ਰੋਕ ਰਹੇ ਹਾਂ। ਸਾਡੇ ਨਾਲ ਹਰਜੀਤ ਗਰੇਵਾਲ ਇਸ ਵੇਲੇ ਜੁੜੇ ਨੇ, ਫੋਨ ਲਾਈਨ ਤੇ ਜੁੜੇ ਆ। ਤੁਸੀਂ ਕਹਿ ਰਹੇ ਸੀ ਨਹੀਂ ਆਉਣਗੇ, ਚਲੋ ਖੈਰ ਆ ਗਏ ਆ, ਔਰ ਸਵਾਲਾਂ ਦੇ ਜਵਾਬ ਜ਼ਰੂਰ ਲਵਾਂਗੇ। ਗਰੇਵਾਲ ਸਾਹਿਬ, ਗੱਲ ਇੱਥੇ ਇਹ ਚੱਲ ਰਹੀ ਹੈ ਕਿ ਵਨ ਵੋਟ ਵਨ ਨੇਸ਼ਨ ਕਿਵੇਂ ਪੋਸੀਬਲ ਹੈ ਜਿੱਥੇ ਅਨੇਕਾਂ ਜਾਤਾਂ ਧਰਮਾਂ ਦੇ ਲੋਕ ਰਹਿੰਦੇ ਹੋਣ, ਜਿੱਥੋਂ ਦਾ ਸਿਧਾਂਤ ਹੀ ਹੋਰ ਤਰੀਕੇ ਦਾ ਹੋਵੇ, ਤੁਸੀਂ ਉਹਨੂੰ ਸਾਰੇ ਨੂੰ ਇੱਕੋ ਰੱਸੇ ਨਾਲ ਕਿਵੇਂ ਬੰਨ੍ਹ ਕੇ ਵੇਖ ਸਕਦੇ ਹੋ? ਤੇ ਦੂਜੀ ਗੱਲ ਇਹ ਹੈ ਕਿ ਸੈਸ਼ਨ ਇੰਡੀਆ ਅਲਾਇੰਸ ਦੀ ਗੱਠਜੋੜ ਦੀ ਮਜ਼ਬੂਤੀ ਤੋਂ ਬਾਅਦ ਸੱਦਿਆ ਗਿਆ। ਪਹਿਲੀ ਗੱਲ ਤਾਂ ਇਹ ਹੈ ਕਿ ਦੇਸ਼ ਦੀਆਂ ਹੋਰ ਵੀ ਸਮੱਸਿਆਵਾਂ ਨੇ, ਕਈ ਹੋਰ ਵੀ ਇਹੋ ਜਿਹੇ ਬਿੱਲ ਨੇ ਜਾਂ ਚਰਚਾ ਕਰਨ ਵਾਲੀਆਂ ਹੁੰਦੀਆਂ ਨੇ। ਡੈਮੋਕ੍ਰੇਸੀ ਆ ਦੁਨੀਆ ਦੀ ਸਭ ਤੋਂ ਵੱਡੀ, ਤਾਂ ਉਹਦੇ 'ਚ ਸੰਸਦ ਦੇ ਸਾਰਾ ਕੁਛ ਹੁੰਦਾ, ਬਾਹਰੋਂ ਕੁਛ ਨਹੀਂ ਹੁੰਦਾ। ਤੇ ਇਸ ਕਰਕੇ ਇਹ ਜਿਹੜਾ ਹੈ
ਇਹ ਬਿੱਲ ਦੀ ਚਰਚਾ ਕਰਦੇ ਆ, ਨਾ ਤਾਂ ਉਹ ਬਿੱਲ ਲਿਆਂਦਾ ਜਾ ਰਿਹਾ, ਉਹ ਤਾਂ ਅਜੇ ਪੂਰਵ ਰਾਸ਼ਟਰਪਤੀ ਮਹਾਮਹਿਮ ਜੋ ਰਾਮਨਾਥ ਕੋਵਿੰਦ ਜੀ ਨੇ ਇੱਕ ਕਮੇਟੀ ਬਣਾਈ ਗਈ ਆ, ਉਹਨਾਂ ਨੇ ਉਸ ਤੇ ਸਾਰਿਆਂ ਦੇ ਸੁਝਾਅ ਲੈ ਕੇ ਫਿਰ ਆਪਣੇ ਸੁਝਾਅ ਦੇਣੇ ਨੇ। ਉੱਥੇ ਸੁਝਾਅ ਦੇਣ ਜੋ ਕੁਝ ਦੇਣਾ, ਇਹਨਾਂ ਕੋਲ ਅਸਲ ਆਪੋਜੀਸ਼ਨ ਕੋਲ ਕੋਈ ਮੁੱਦਾ ਨਹੀਂ ਹੈ, ਮੁੱਦਾ ਵਿਹੀਨ ਨੇ, ਤੇ ਇਹ ਕੋਈ ਨਾ ਕੋਈ ਮੁੱਦਾ ਏਦਾਂ ਦਾ ਖੜਾ ਕਰਕੇ ਬੋਲਣਾ ਸ਼ੁਰੂ ਕਰ ਦਿੰਦੇ ਆ ਬਈ ਅਜੇ ਤਾਂ ਕੁਝ ਵੀ ਨਹੀਂ ਹੈ ਉਹਦੇ ਚ। ਔਰ ਦੂਜਾ, ਇਹਦੇ ਨਾਲ એનર્ਜੀ ਵੀ ਬਚੇਗੀ, ਇਹਦੇ ਨਾਲ ਟਾਈਮ ਵੀ ਬਚੇਗਾ, ਇਹਦੇ ਨਾਲ ਪੈਸਾ ਵੀ ਬਚੇਗਾ ਮੁਲਕ ਦਾ। ਜੇ ਇੱਕ ਟਾਈਮ ਤੇ ਚੁਣਾਵ ਹੋਣਗੇ, ਸਾਡੀ ਲੋਕਤੰਤਰ ਦੇ ਵੋਟਰ ਜਿਹੜੇ ਆ ਸਾਡੇ ਬੜੇ ਪਰਿਪੱਕ ਹੋ ਗਏ ਨੇ ਇੰਨੇ ਸਾਲਾਂ ਦੇ ਅੰਦਰ, ਤੇ ਉਹ ਕੋਈ ਕਿਸੇ ਦਾ ਧੋਖਾ ਨਹੀਂ ਖਾਣ ਵਾਲੇ, ਔਰ ਇਸ ਤਰ੍ਹਾਂ ਵੋਟਾਂ ਨਹੀਂ ਮਿਲਦੀਆਂ ਜਿਸ ਤਰ੍ਹਾਂ ਦੀ ਗੱਲ ਕਰਦੇ ਆ। ਔਰ ਮੈਂ ਇਹ ਸਮਝਦਾ ਕਿ ਇਹ ਆਧਾਰਹੀਨ ਨੇਤਾ ਜਿਹੜੇ ਆ INDIA ਗੱਠਜੋੜ ਬਣਾ ਲਿਆ ਤੇ ਉਹ ਇਕੱਠੇ ਹੋ ਗਏ ਨੇ। ਕੋਈ ਨੇਤਾ ਥੋੜਾ ਸਰਕਾਰਾਂ ਬਦਲਦੇ ਆ, ਸਰਕਾਰ ਬਦਲਣੀ ਆ ਆਮ ਜਨਤਾ ਨੇ, ਆਮ ਜਨਤਾ ਦੇ ਮਹਿਬੂਬ ਨੇ ਨਰਿੰਦਰ ਮੋਦੀ ਜੀ। ਤਾਂ ਇਸ ਕਰਕੇ ਸਾਨੂੰ ਕੋਈ ਐਸਾ ਡਰ ਕੋਈ ਨਹੀਂ ਇਹਨਾਂ ਕੋਲੋਂ। ਇਹ ਤਾਂ ਇੱਕ ਏਦਾਂ ਦਾ ਪ੍ਰਚਾਰ ਕਰਕੇ ਡਰ ਤੇ ਪੈ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲੋਕਾਂ ਦੇ ਵਿੱਚ। ਲੋਕ ਦੀਆਂ ਗੱਲਾਂ ਚ ਨਹੀਂ ਆਉਣਾ, ਪਹਿਲਾਂ ਵੀ ਨਹੀਂ ਆਏ 2 ਵਾਰ, ਹੁਣ ਵੀ ਨਹੀਂ ਆਉਣਾ 3ਜੀ ਵਾਰ ਉਹਨਾਂ ਨੇ। ਤਾਂ ਇਸ ਕਰਕੇ ਮੈਂ ਇਹ ਸਮਝਦਾ ਕਿ ਇਹ ਨਹੀਂ ਗੱਲ ਵੋਟ ਤੰਤਰ ਦੇ ਵਿੱਚ ਗਰੇਵਾਲ ਸਾਹਿਬ ਇਹ ਕਿੱਦਾਂ ਤੁਸੀਂ ਕਹਿ ਦਿੱਤਾ ਕਿ ਲੋਕਾਂ ਦੇ ਮਹਿਬੂਬ ਲੀਡਰ ਜਿਹੜੇ ਆ ਉਹ ਮੋਦੀ ਜੀ ਨੇ, ਕਾਂਗਰਸ ਕਹਿੰਦੀ ਹੈ ਕਿ ਰਾਹੁਲ ਗਾਂਧੀ ਜੀ ਨੇ, ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕੇਜਰੀਵਾਲ ਜੀ ਨੇ। ਅਰੇ ਬਈ ਕਿਤੇ ਕੋਈ ਆਧਾਰ ਤਾਂ ਦਿਖਾਉਣ ਨਾ ਅਰਵਿੰਦ ਕੇਜਰੀਵਾਲ ਤੇ। ਇਹ ਤਾਂ ਕਾਂਗਰਸ ਕੀ ਆ ਕਿ ਹੁਣ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਰਹੀ ਹੈ ਨਾ ਕਾਂਗਰਸ, ਮੇਰੀ ਕੱਲ ਦੀ ਪਰਸੋਂ ਦੀ ਇੰਟਰਵਿਊ ਤੁਹਾਡੇ ਚੈਨਲ ਤੇ ਹੀ ਮੈਂ ਕਿਹਾ ਸੀ ਕਿ ਹੁਣ ਕਾਂਗਰਸ ਪੰਜਾਬ ਕਾਂਗਰਸ ਮੁਕਤ ਜ਼ਰੂਰ ਹੋ ਜਾਏਗਾ ਇਹ ਸਮਝੌਤਾ ਕਰਨ ਤੋਂ ਬਾਅਦ। ਔਰ ਇਹਨਾਂ ਦੇ ਪੰਜਾਬ ਦੇ ਜਿਹੜੇ ਲੀਡਰ ਆ ਉਹ ਆਪਣੀ ਕਾਂਗਰਸ ਅਲੱਗ ਬਣਾਉਣ ਜਾ ਰਹੇ ਆ। ਇਸ ਸਥਿਤੀ ਦਾ ਨਿਰਮਾਣ ਹੋ ਗਿਆ ਤੇ ਇਹ ਇਹਨਾਂ ਦੇ ਕੇਂਦਰ ਦੇ ਜਿਹੜੇ ਅਨੁਭਵਹੀਨ ਨੇਤਰਸ਼ਿਪ ਹੈ, ਲੀਡਰਸ਼ਿਪ ਹੈਗੀ ਆ, ਉਹਨਾਂ ਦੀ ਵਜ੍ਹਾ ਕਰਕੇ ਪਾਰਟੀ ਛੋਟੀ ਹੁੰਦੀ ਜਾ ਰਹੀ ਹੈ, ਹੋਰ ਛੋਟੀ ਕਰ ਰਹੇ ਆ ਸਾਨੂੰ। ਚਲੋ ਉਹਨਾਂ ਨੇ ਆਪਣੀ ਪਾਰਟੀ ਆਪਣੇ ਤਰੀਕੇ ਨਾਲ ਚਲਾਉਣੀ ਹੈ, ਸਾਡਾ ਉੱਤੇ ਕਮੈਂਟਸ ਬਹੁਤੇ ਕਰਨ ਦਾ ਫਰਜ਼ ਵੀ ਨਹੀਂ ਬਣਦਾ, ਉਹ ਚਲਾਉਣ ਪਰ ਮੁਲਕ ਦਾ ਨੁਕਸਾਨ ਨਾ ਕਰਨ, ਅਸੀਂ ਤਾਂ ਇਹੀ ਕਹਿੰਦੇ ਆ। ਸਾਡੇ ਨਾਲ ਇਸ ਡਿਬੇਟ ਦੇ ਵਿੱਚ ਕਾਂਗਰਸ ਤੋਂ ਹਰਸ਼ਪ੍ਰੀਤ ਖੜਿਆਲ ਜੀ ਨੇ, ਉਹ ਕੋਈ ਡਾਇਲੌਗ ਕਰਨਾ ਚਾਹੁੰਦੇ ਤੁਹਾਡੇ ਨਾਲ, ਕੋਈ ਗੱਲਬਾਤ ਕਰਨੀ ਚਾਹੁੰਦੇ ਆ? ਕਰ ਲੈਣ ਜੀ, ਕਰ ਲੈਣ। ਗਰੇਵਾਲ ਸਾਹਿਬ, ਇੱਕ ਤਾਂ ਇਹ ਚੀਜ਼ ਕਨਫਰਮ ਕਰ ਦਿਓ ਵੀ ਤੁਸੀਂ ਵਨ ਨੇਸ਼ਨ ਵਨ ਇਲੈਕਸ਼ਨ ਚ ਆਪਣਾ ਇਹਨੂੰ ਪ੍ਰੋਸੀਡ ਕਰ ਰਹੇ ਹੋ ਫਾਰਵਰਡ ਕਿ ਨਹੀਂ ਕਰ ਰਹੇ, ਹਾਂ ਜਾਂ ਨਾ ਦੇ ਵਿੱਚ ਇਹ ਕਰਨਾ ਤੁਸੀਂ? ਇਹ ਤਾਂ ਅਜੇ ਇਹਦੇ ਤੇ ਵਿਚਾਰ ਚਰਚਾ ਚੱਲ ਰਹੀ ਹੈ ਜੀ। ਉਹ ਜਿਹੜੀ ਕਮੇਟੀ ਬਣੀ ਆ ਉਸਨੇ ਰਿਪੋਰਟ ਦੇਣੀ ਆ, ਉਸ ਤੋਂ ਬਾਅਦ ਹੀ ਤਾਂ ਹੋ ਸਕਦਾ। ਡੈਮੋਕ੍ਰੇਸੀ ਕਦੇ ਏਦਾਂ ਹੋਇਆ ਤੇ ਇਹ ਚਰਚਾ ਕੀ ਵਨ ਨੇਸ਼ਨ ਵਨ ਇਲੈਕਸ਼ਨ ਹੋਵੇ? ਹਾਂ ਬਿਲਕੁਲ ਚਾਹੁੰਦੀ ਹੈ। ਤੇ ਭਾਜਪਾ ਨੇ ਕਿੰਨੇ ਸੂਬਿਆਂ ਨਾਲ ਕੰਸਲਟ ਕਰ ਲਿਆ, ਕਿੰਨੀਆਂ ਪਾਰਟੀਆਂ ਨਾਲ ਕੰਸਲਟ ਕਰ ਲਿਆ ਹੁਣ ਤੱਕ? ਅਜੇ ਤਾਂ ਸ਼ੁਰੂਆਤ ਹੋਈ ਹੈ ਜੀ, ਅਜੇ ਤੱਕ ਕੰਸਲਟ ਹੋਣਾ ਸਾਰਿਆਂ ਨਾਲ। ਗਰੇਵਾਲ ਸਾਹਿਬ, ਤੁਸੀਂ ਕਹਿ ਰਹੇ ਹੋ ਸ਼ੁਰੂਆਤ ਹੋਈ ਹੈ, ਹਜੇ ਕੰਸਲਟ ਕਰਨਾ ਹੈ, ਡਿਸਕਸ਼ਨ ਕਰਨੀ ਹੈ, ਪਰ ਫੈਸਲਾ ਤਾਂ ਤੁਸੀਂ ਪਹਿਲਾਂ ਹੀ ਦੇਤਾ ਵੀ ਅਸੀਂ ਚਾਹੁੰਦੇ ਹਾਂ। ਫਿਰ ਡਿਸਕਸ਼ਨ ਦਾ ਫਾਇਦਾ ਕੀ, ਫਿਰ ਡਿਲੀਬਰੇਸ਼ਨ ਦਾ ਫਾਇਦਾ ਕੀ? ਇਹੀ ਤਾਂ ਸਾਡਾ ਪੁਆਇੰਟ ਹੈ ਵੀ ਭਾਰਤੀ ਜਨਤਾ ਪਾਰਟੀ ਨਾ ਕਰਦੀ ਹੈ, ਨਾ ਡਿਸਕਸ਼ਨ ਕਰਦੀ ਹੈ, ਨਾ ਚਰਚਾ ਕਰਦੀ ਹੈ, ਸਿਰਫ ਔਰ ਸਿਰਫ ਫੈਸਲਾ ਇੰਪੋਜ਼ ਕਰਦੀ ਹੈ। ਪ੍ਰੋਬਲਮ ਇੱਥੇ ਹੈ। ਇਹਨੂੰ ਲੋਕਤੰਤਰ ਨਹੀਂ, ਇਹਨੂੰ ਡੰਡਾ ਤੰਤਰ ਕਹਿੰਦੇ ਹੈ, ਇਹਨੂੰ ਕਹਿੰਦੇ ਹੈ। ਮੇਰਾ ਗਰੇਵਾਲ ਸਾਹਿਬ ਪੁਆਇੰਟ ਇਹ ਹੈ, ਦੇਖੋ ਤੁਸੀਂ ਕਾਸਟ ਵਾਲਾ ਆਰਗੂਮੈਂਟ ਦਿੱਤਾ ਵੀ ਪੈਸਾ ਬਚੂਗਾ। ਮੈਂ ਤੁਹਾਡੇ ਆਉਣ ਤੋਂ ਪਹਿਲਾਂ ਗਰੇਵਾਲ ਸਾਹਿਬ ਦੱਸ ਰਿਹਾ ਸੀਗਾ ਧਾਲੀਵਾਲ ਸਾਹਿਬ ਨੂੰ ਤੇ ਜਿਹੜੇ ਵਿਊਅਰਸ ਹੈ ਕਿ EVM ਤੇ VVPAT ਤੇ ਸਾਈਮਲਟੇਨੀਅਸ ਇਲੈਕਸ਼ਨ ਕਰਾਉਣ ਲਈ 10,000 ਕਰੋੜ ਦਾ ਖਰਚਾ ਆਊਗਾ। ਸੋ ਕਾਸਟ ਵਾਲਾ ਆਰਗੂਮੈਂਟ ਤਾਂ ਇੱਥੇ ਖਤਮ ਹੋ ਜਾਂਦਾ। ਹੁਣ ਦੂਜੀ ਗੱਲ, ਜਿਹੜੇ ਕਨਸਟੀਟਿਊਸ਼ਨਲ ਅਮੈਂਡਮੈਂਟਸ ਹੈ, ਸਾਡਾ ਸੰਵਿਧਾਨ ਹੈ, ਬੇਸਿਕ ਸਟਰਕਚਰ ਹੈ, ਸੂਬਿਆਂ ਦੇ ਹੱਕ ਹੈ, ਫੈਡਰਲ ਸਟਰਕਚਰ ਹੈ। ਹਿੰਦੁਸਤਾਨ ਇੱਕ ਕੋਆਪਰੇਟਿਵ ਫੈਡਰਲਿਜ਼ਮ ਹੈ। ਮਤਲਬ ਜਿਹੜੇ ਸੂਬੇ ਹੈ, ਜਿਹੜੇ ਸਟੇਟਸ ਹੈ ਜਿੱਥੇ ਤੁਹਾਡੀ ਸਰਕਾਰ ਹੈ ਵੀ, ਜਿੱਥੇ ਨਹੀਂ ਵੀ ਹੈ ਆਪੋਜੀਸ਼ਨ ਪਾਰਟੀ ਦੀ ਸਰਕਾਰ ਹੈ, ਉਹਨਾਂ ਨੂੰ ਪੁੱਛਣਾ ਜ਼ਰੂਰੀ ਬਣ ਜਾਂਦਾ ਹੈ। ਉਹਨਾਂ ਦੇ ਵੈਲਿਊਜ਼, ਟ੍ਰੈਡੀਸ਼ਨਸ, ਕਲਚਰਸ, ਲੈਂਗੁਏਜ। ਗਰੇਵਾਲ ਸਾਹਿਬ ਦਾ ਜਵਾਬ ਲੈ ਲਈਏ। ਗਰੇਵਾਲ ਸਾਹਿਬ ਕੁਝ ਕਹਿ ਰਹੇ ਆ। ਸਰ ਖੜਿਆਲ ਸਾਹਿਬ ਜੋ ਗੱਲਾਂ ਕਹਿ ਰਹੇ ਆ ਨਾ, ਉਹ ਆਲਰੇਡੀ ਸਾਰੀਆਂ ਹੋਣਗੀਆਂ, ਉਹਦੇ ਚ ਕਿਸੇ ਚ ਕੋਈ ਦਿੱਕਤ ਨਹੀਂ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਹੋਵੇ, ਉਹ ਜ਼ਰੂਰੀ ਨਹੀਂ ਜੇ ਬਾਕੀ ਸਾਰੇ ਨਾ ਚਾਹੁੰਦੇ ਹੋਣ ਤੇ ਉਹ ਹੋ ਜੇ, ਐਸਾ ਕੁਛ ਨਹੀਂ ਹੈ।
ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ, ਕੋਈ ਤਾਂ ਡੈਮੋਕ੍ਰੇਸੀ ਹੈ ਜੀ, ਇਹਦੇ ਚ ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਆ ਔਰ ਹਰ ਕੋਈ ਰੱਖ ਵੀ ਰਿਹਾ। ਤੇ ਸਾਰਿਆਂ ਅਜੇ ਤਾਂ ਸਲਾਹ ਮਸ਼ਵਰਾ ਇਹ ਚੱਲ ਰਿਹਾ, ਸ਼ੁਰੂਆਤ ਹੋਈ ਆ। ਇਹਨੂੰ ਪੋਜ਼ਿਟਿਵ ਲੈਣ, ਪੋਜ਼ਿਟਿਵ ਲੈ ਕੇ ਜਿਨ੍ਹਾਂ ਨੂੰ ਇਹਦੇ ਚ ਕੋਈ ਕਮੀ ਲੱਗਦੀ ਹੈ ਉਹ ਦੂਰ ਕਰਾ ਲੈਣ, ਜੇ ਕਮੀ ਨਹੀਂ ਲੱਗਦੀ ਹੈ ਇਹ ਵਿਰੋਧ ਹੀ ਕਰਨਾ, ਵਿਰੋਧ ਕਰ ਦੇਣ, ਉਹਦੇ ਚ ਕੋਈ ਇਹਨਾਂ ਨੂੰ ਨਹੀਂ ਰੋਕ ਰਿਹਾ। ਪਰ ਗਰੇਵਾਲ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਕਿ ਬੀਜੇਪੀ ਇਹ ਗੱਲ ਚਾਹੁੰਦੀ ਹੈ, ਤਾਂ ਉੱਥੇ ਇਸ ਵੇਲੇ ਸ਼ਾਇਦ ਸਾਡੇ ਨਾਲ ਜੁੜਿਆ ਜਾਂ ਨਹੀਂ, ਮੈਂ ਦੇਖ ਨਹੀਂ ਪਾ ਰਿਹਾ, ਆਮ ਆਦਮੀ ਪਾਰਟੀ ਤੋਂ ਹਬਾਬ ਗਰੇਵਾਲ ਸਾਹਿਬ, ਉਹ ਕਹਿੰਦੇ ਸੀ ਇਸ ਕੰਟਰੀ ਦੇ ਵਿੱਚ ਹਰ ਸਟੇਟ ਦਾ ਔਰ ਵਿਦਨ ਸਟੇਟ ਕਈ ਤਰ੍ਹਾਂ ਦੇ ਕਲਚਰ, ਰੀਜਨ ਨੇ, ਤਾਂ ਤੁਸੀਂ ਸਾਰਿਆਂ ਨੂੰ ਇੱਕੋ ਜਗ੍ਹਾ ਤਾਂ ਇੱਕੋ ਹੀ ਨਜ਼ਰ ਦੇ ਨਾਲ ਕਿਵੇਂ ਦੇਖ ਸਕਦੇ ਹੋ, ਇੱਕ ਵੋਟ ਦੇ ਨਾਲ ਕਿਵੇਂ ਬੰਨ ਸਕਦੇ ਹੋ? ਇੱਕ ਚੀਜ਼ ਇਹ ਸਮਝ ਲੈਣ ਜੀ, ਇਹ ਮੁਲਕ ਪ੍ਰਧਾਨ ਮੰਤਰੀ ਜੀ ਵੀ ਕਹਿ ਚੁੱਕੇ ਆ, ਸੰਸਦ ਦੇ ਅੰਦਰ ਵੀ ਕਹਿ ਚੁੱਕੇ ਆ, ਬਾਹਰ ਵੀ ਕਹਿ ਚੁੱਕੇ ਆ ਕਿ ਇਹ ਸਾਡਾ ਕਨਸਟੀਟਿਊਸ਼ਨ, ਸਾਡੀ ਹੋਲੀ ਬੁੱਕ ਆ, ਇਹ ਸੰਵਿਧਾਨ ਦੇ ਮੁਤਾਬਕ ਹੀ ਚੱਲਦਾ, ਉਹਦੇ ਮੁਤਾਬਕ ਹੀ ਚੱਲਣਾ। ਔਰ ਕੋਈ ਸਰਕਾਰਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ, ਪਹਿਲਾਂ ਵੀ ਉਦਾਂ ਹੀ ਚੱਲਿਆ, ਹੁਣ ਵੀ ਉਸ ਤਰ੍ਹਾਂ ਹੀ ਚੱਲਣਾ। ਤੇ ਇਸ ਤਰ੍ਹਾਂ ਦਾ ਡਰ ਪੈ ਨਾ ਪੈਦਾ ਕਰਨ, ਔਰ ਜੇ ਇਹਨਾਂ ਨੂੰ ਇਸ ਦਾ ਵਿਰੋਧ ਹੈਗਾ ਤੇ ਇਹ ਜਾ ਕੇ ਉਸ ਕਮੇਟੀ ਦੇ ਸਾਹਮਣੇ ਆਪਣਾ ਵਿਰੋਧ ਰੱਖ ਦੇਣ ਔਰ ਗੱਲ ਕਰਨ। ਤੇ ਪ੍ਰੈਜ਼ੀਡੈਂਟ ਜਿਹੜਾ ਰਹਿ ਜਾਂਦਾ ਇੱਕ ਵਾਰ, ਉਹ ਕਿਸੇ ਪੋਲੀਟੀਕਲ ਪਾਰਟੀ ਦਾ ਮੈਂਬਰ ਨਹੀਂ ਹੁੰਦਾ, ਘੱਟ ਤੋਂ ਘੱਟ ਉਸ ਕਮੇਟੀ ਤੇ ਵਿਸ਼ਵਾਸ ਕਰਨ। ਠੀਕ ਹੈ ਨਾ ਜੀ ਗਰੇਵਾਲ ਸਾਹਿਬ, ਇਹ ਅਹਿਬਾਬ ਜੀ ਕੋਈ ਗੱਲ ਕਹਿ ਰਹੇ, ਇੱਕ ਮਿੰਟ ਉਹਨੇ ਗੱਲ ਸੁਣ ਲਈ। ਹਾਂਜੀ ਦੇਖੋ ਜੀ, ਦੋ ਗੱਲਾਂ, ਕਮੇਟੀ ਦੇ ਸਾਹਮਣੇ ਤਾਂ ਅਸੀਂ ਜੋ ਰੱਖਣਾ ਹੋਊਗਾ ਜ਼ਰੂਰ ਰੱਖਾਂਗੇ, ਐਂਡ ਇਹ ਮੁਲਕ ਬਿਲਕੁਲ ਸੰਵਿਧਾਨ ਨਾਲ ਚੱਲਣਾ ਚਾਹੀਦਾ। ਤੇ ਸੰਵਿਧਾਨ ਇਹ ਕਹਿੰਦਾ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਉਹ ਕੋਈ ਧਰਮ ਨਹੀਂ ਹੁੰਦਾ। ਜਦੋਂ ਆਪਣੇ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਕਿ ਦੰਗਾਈयों को कपड़ों से पता लग जाता है, ਤਾਂ ਉਹ ਸੰਵਿਧਾਨ ਨੂੰ ਛਿੱਕੇ ਟੰਗਦੇ ਆ। ਜਦੋਂ ਪ੍ਰਧਾਨ ਮੰਤਰੀ ਜੀ PBI, ED, ਕੀ ਕਹਿੰਦੇ ਚੀਫ ਇਨਫੋਰਮੇਸ਼ਨ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨਰ, ਇਹਨਾਂ ਦੀ ਜਿਹੜੀ ਅਪਾਇੰਟਮੈਂਟਸ ਨੇ ਉਹਨਾਂ ਨੂੰ ਪਾਰਦਰਸ਼ੀ ਨਹੀਂ ਹੋਣਾ ਦੇਣਾ ਚਾਹੁੰਦੇ, ਤਾਂ ਸੰਵਿਧਾਨ ਛਿੱਕੇ ਟੰਗਿਆ ਜਾਂਦਾ। ਜਦੋਂ ਪ੍ਰਧਾਨ ਮੰਤਰੀ ਜੀ ਇਹੋ ਜਿਹੇ ਕਦਮ ਚੱਕਦੇ ਆ ਕਿ ਸੁਪਰੀਮ ਕੋਰਟ ਨੂੰ ਕਹਿਣਾ ਪੈਂਦਾ ਹੈ ਕਿ ਤੁਸੀਂ ਆ ਕੀ ਕਰ ਰਹੇ ਹੋ, ਉਦੋਂ ਸੰਵਿਧਾਨ ਛਿੱਕੇ ਟੰਗਿਆ ਜਾਂਦਾ। ਜਦੋਂ ਚੀਫ ਜਸਟਿਸ ਸਾਹਿਬ ਇਹਨਾਂ ਦੀ ਹਾਜ਼ਰੀ 'ਚ ਕਹਿੰਦੇ ਆ ਕਿ ਕੋਰਟ ਦੀ ਗੱਲ ਨਹੀਂ ਸੁਣ ਰਹੀ ਸਰਕਾਰ, ਤਾਂ ਸੰਵਿਧਾਨ ਛਿੱਕੇ ਟੰਗਿਆ ਜਾਂਦਾ। ਜਦੋਂ ਅੱਡ-ਅੱਡ ਥਾਵਾਂ ਤੇ, ਛੋਟੀ-ਛੋਟੀ ਥਾਵਾਂ ਤੇ ਦੰਗੇ ਕਰਵਾ ਕੇ ਲੈਬੋਰਟਰੀਆਂ ਬਣਾਈਆਂ ਜਾਂਦੀਆਂ ਨੇ, ਤਾਂ ਸੰਵਿਧਾਨ ਛਿੱਕੇ ਟੰਗਿਆ ਜਾਂਦਾ। ਉਹ ਸੰਵਿਧਾਨ ਦੀ ਜਿਹੜੀ ਇਹ ਗੱਲ ਕਰ ਰਹੇ ਆ ਨਾ, ਉਹ ਗੱਲ ਕਰਨੀ ਅਲੱਗ ਹੁੰਦੀ। ਤੇ ਜਦੋਂ ਪ੍ਰਧਾਨ ਮੰਤਰੀ ਲੋਕ ਸਭਾ ਦੇ ਵਿੱਚ ਬੈਠ ਕੇ WhatsApp ਯੂਨੀਵਰਸਿਟੀ ਤੋਂ ਕਹਿੰਦੇ ਆ ਕਿ ਮਿਜ਼ੋਰਮ में आपकी एयरफोर्स ने बम गिरा दिए, ਉਦੋਂ ਸਰ ਨਾ ਤਾਂ ਕੋਈ ਸੰਵਿਧਾਨ ਦੀ ਪਰਵਾਹ ਕਰਦਾ, ਨਾ ਕਿਸੇ ਹੋਰ ਚੀਜ਼ ਦੀ ਪਰਵਾਹ ਕਰਦਾ। ਸੱਚ ਇਹ ਹੈ ਕਿ 9 ਸਾਲਾਂ 'ਚ 9 ਸਰਕਾਰਾਂ ਪਲਟੀਆਂ ਨੇ ਸਟੇਟ ਗਵਰਨਮੈਂਟ। ਇਹਨਾਂ ਨੂੰ ਟੂ ਮਚ ਡੈਮੋਕ੍ਰੇਸੀ ਲੱਗਦੀ ਹੈ। ਇਹਨਾਂ ਨੂੰ ਇਹ ਲੱਗਦਾ ਕਿ ਮੋਦੀ ਜੀ ਦੀ ਪੋਪੂਲੈਰਿਟੀ ਹੈ, ਅਸੀਂ ਉੱਥੇ ਕੈਸ਼ ਇਨ ਕਰਕੇ ਜਿੰਨੀ ਹਿੰਦੀ ਬੈਲਟ ਆ ਉਹਦੇ 'ਚ ਫਟਾਫਟ ਸਰਕਾਰਾਂ ਬਣਾ ਲਾਂਗੇ। ਜੇ ਆਪਾਂ ਭਾਰਤ ਦਾ ਨਕਸ਼ਾ ਦੇਖ ਲਈਏ ਤਾਂ ਸਿਵਾਏ ਹਿੰਦੀ ਬੈਲਟ ਤੋਂ ਸਾਊਥ ਆਫ ਦ ਵਿੰਡਿਆਜ਼ ਤੇ ਨਾਰਥ ਇਹਨਾਂ ਦਾ ਰਾਜ ਨਹੀਂ ਹੈਗਾ। ਹਿਮਾਚਲ ਖਾਲੀ, ਪੰਜਾਬ ਖਾਲੀ, ਰਾਜਸਥਾਨ ਖਾਲੀ, ਸਾਊਥ ਆਫ ਦ ਵਿੰਡਿਆਜ਼ ਕਰਨਾਟਕਾ, ਤਾਮਿਲਨਾਡੂ, ਆਂਧਰਾ, ਕੇਰਲਾ ਉਹ ਖਾਲੀ, ਬੰਗਾਲ ਖਾਲੀ, ਉੜੀਸਾ ਖਾਲੀ। ਜਿਹੜੀ ਇਹ ਬੈਲਟ ਦੀ ਚਿੰਤਾ ਕਰਦੇ, ਜਿੱਥੋਂ ਇਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਵੋਟਾਂ ਪੈਣਗੀਆਂ, ਉਸ ਬੈਲਟ ਇਹਨਾਂ ਨੂੰ ਹੁਣ ਪੈ ਗਿਆ ਕਿ ਹੁਣ ਜਦੋਂ ਅਲਾਇੰਸ ਹੋ ਗਿਆ, ਜਿਹੜੀ ਸਾਡੇ ਖਿਲਾਫ 62% ਵੋਟ ਸੀ ਉਹ ਸੋਲੀਡੀਫਾਈ ਹੋ ਜੂਗੀ ਤੇ ਸਾਡੇ ਪੱਲੇ ਕੱਖ ਨਹੀਂ ਰਹਿਣਾ। ਜਿੰਨਾ ਮਰਜ਼ੀ ਟੀਵੀਆਂ ਤੇ ਰੌਲਾ ਪਵਾ ਲੈਣ, ਜਿੰਨਾ ਮਰਜ਼ੀ ਗੋਦੀ ਮੀਡੀਆ ਬੋਲ ਦੇਵੇ, ਜਿੰਨੇ ਮਰਜ਼ੀ ਜਾਲੀ ਸਰਵੇ ਲਿਆਣ, ਪਰ ਇਹਨਾਂ ਦੇ ਦਿਨ ਗਿਣੇ ਚੁਣੇ ਨੇ। ਤੇ ਇਹ ਉਹਦੇ ਪਹਿਲਾਂ ਜਿਹੜੀ ਵੀ ਕੋਈ ਨਾ ਕੋਈ ਚੀਜ਼ ਸ਼ਗੂਫਾ ਛੱਡ ਸਕਦੇ ਹੋ ਛੱਡਣਗੇ। ਗੱਲ ਤਾਂ ਹੈ ਜਦੋਂ ਕਮੇਟੀ ਮੂਹਰੇ ਗੱਲ ਹੀ ਕੋਈ ਨਹੀਂ, ਤਾਂ ਪ੍ਰਧਾਨ ਮੰਤਰੀ ਜੀ ਇਹ ਬੋਲੀ ਜਾ ਰਹੇ ਕਿ ਇਹ ਹੋਣਾ ਚਾਹੀਏ, ਐਸੇ ਵਿੱਚ ਇਹਦਾ ਕੀ ਮਤਲਬ ਹੈ ਜੀ? ਗੱਲ ਹੀ ਨਹੀਂ ਪ੍ਰਧਾਨ ਮੰਤਰੀ ਤੁਸੀਂ ਸਮਝਦੇ ਕਿ ਇਹਨੇ ਬੋਲਣਗੇ ਤਾਂ ਦਵਾਂਗੇ। ਹਾਂਜੀ ਗਰੇਵਾਲ ਸਾਹਿਬ। ਵਾਹ ਜੀ, ਡੈਮੋਕ੍ਰੇਸੀ ਦੀ ਖੂਬਸੂਰਤੀ ਇਹ ਆ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਤੇ ਜੇ 9 ਸੂਬਿਆਂ 'ਚ ਸਰਕਾਰਾਂ ਦੂਜੀਆਂ ਨੇ ਤੇ ਵਿਰੋਧੀ ਧਿਰ ਦੀਆਂ ਨੇ, ਤਾਂ ਉਹਦੇ 'ਚ ਕੀ ਹੋ ਗਿਆ? ਤੇ ਸਰਕਾਰਾਂ ਬਣਦੀਆਂ ਬਦਲਦੀਆਂ ਰਹਿੰਦੀਆਂ ਨੇ, ਹੋਣਾ ਵੀ ਚਾਹੀਦਾ। ਤੇ ਇਸ ਕਰਕੇ ਇਸ ਗੱਲ ਨੂੰ ਤੁਸੀਂ ਇਸ ਤਰ੍ਹਾਂ ਨਾ ਲਓ ਕਿ ਬੀਜੇਪੀ ਦੀ ਪੋਪੂਲੈਰਿਟੀ ਘਟ ਗਈ ਜਾਂ ਸਾਡੇ ਪ੍ਰਧਾਨ ਮੰਤਰੀ ਦੀ ਘਟ ਗਈ। ਐਸਾ ਕੁਛ ਨਹੀਂ ਹੈ, ਇਹ ਹੁੰਦਾ ਰਹਿੰਦਾ। ਔਰ ਦੂਸਰਾ ਜਿਹੜਾ ਤੁਸੀਂ ਗੱਲ ਕਰਦੇ ਹੋ ਕਿ ਇੱਕ ਧਰਮ ਦੇ ਮੁਤਾਬਕ ਚੱਲਦਾ ਜੀ, ਇਹ ਹੁੰਦਾ ਜੀ, ਦੰਗੇ ਹੁੰਦੇ ਆ। ਅੱਜ UK ਬਹੁਤ ਪਰਿਪੱਕਤਾ ਵਾਲੀ ਡੈਮੋਕ੍ਰੇਸੀ ਹੈ। ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਰਾਮ ਕਥਾ ਸੁਣ ਚਲੇ ਗਏ ਕਿਉਂਕਿ ਉਹ ਹਿੰਦੂ ਨੇ, ਤੇ ਦੂਜਿਆਂ ਤੇ ਆਪਣਾ ਧਰਮ ਨਹੀਂ ਥੋਪਣਾ ਹੁੰਦਾ। ਪਰ ਆਪ ਦਾ ਧਰਮ ਦੀ ਜੋ ਵੀ ਮਾਨਤਾ ਕਿਸੇ ਦੀ ਹੁੰਦੀ ਆ, ਕੋਈ ਸਰਕਾਰ 'ਚ ਵੀ ਆਉਂਦਾ ਤਾਂ ਉਹ ਰੱਖਦਾ। ਇਸ ਕਰਕੇ ਏਦਾਂ ਦੀਆਂ ਗੱਲਾਂ ਅਸੀਂ ਕੋਈ ਸਵਾਲ ਉਠਾਈਏ ਉਹ ਤਾਂ ਠੀਕ ਨਹੀਂ ਹੈਗੇ ਮੇਰੇ ਮੁਤਾਬਕ।
ਔਰ ਸਾਨੂੰ ਜਿਹੜਾ ਹੈਗਾ ਇਹ ਕਾਨੂੰਨ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਅਸੀਂ ਕਰਨ ਜਾ ਰਹੇ, ਇਹ ਪੱਕੀ ਗੱਲ ਆ। ਔਰ ਸਾਰਾ ਸੰਵਿਧਾਨ ਦੇ ਮੁਤਾਬਕ ਚੱਲੇਗਾ ਔਰ ਡੈਮੋਕ੍ਰੇਸੀ ਦੀ ਪਰਿਪੱਕਤਾ ਹੋਰ ਹੋਏਗੀ ਸਾਡੀ ਸਰਕਾਰ 'ਚ। ਇਹਨਾਂ ਚੀਜ਼ਾਂ ਤੋਂ ਬਿਲਕੁਲ ਤੁਸੀਂ ਨਿਸ਼ਚਿੰਤ ਹੋ ਜਾਓ। ਔਰ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਔਰ ਕਾਂਗਰਸ ਦੇ ਸ਼ਾਸਨ 'ਚ ਤਾਂ ਜ਼ਿਆਦਾ ਦੰਗੇ ਹੋਏ ਸੀ ਤੇ ਸਾਡੇ ਤਾਂ ਦੰਗੇ ਨਾਮ ਮਾਤਰ ਨੇ, ਗਿਣਤੀ ਤੇ ਗਿਣੇ ਜਾ ਸਕਦੇ ਆ। ਇਸ ਲਈ ਉਹ ਚੀਜ਼ਾਂ ਦੀ ਕੋਈ ਵੀ ਸਰਕਾਰ ਹੈ, ਜਿਸ ਤਰ੍ਹਾਂ ਹੁਣ ਅੰਮ੍ਰਿਤਪਾਲ ਵਾਲਾ ਕਿੱਸਾ ਹੋ ਗਿਆ ਸੀ, ਕੀ ਅਸੀਂ ਕਹਿੰਦੇ ਅਸੀਂ ਤਾਂ ਬਿਲਕੁਲ ਨਹੀਂ ਖਿਲਾਫ ਬੋਲੇ ਕਿ ਬਈ ਇਹ ਪੰਜਾਬ ਸਰਕਾਰ ਨੇ ਕਰਵਾਇਆ ਜਾਂ ਆਮ ਆਦਮੀ ਨੇ ਕਰਵਾਇਆ। ਅਸੀਂ ਕਿਹਾ ਨਹੀਂ, ਅਸੀਂ ਸਰਕਾਰ ਦੇ ਨਾਲ ਖੜੇ ਹਾਂ। ਇਹ ਮੌਕਾ ਐਸਾ ਨਹੀਂ ਹੈ ਕਿ ਇਹਦੇ ਚਾਹੇ ਜੇ ਸਵਾਲ ਪੈਦਾ ਕੀਤੇ ਜਾਣ, ਤਾਂ ਇਹਦੇ ਚ ਸਰਕਾਰਾਂ ਦੇ ਨਾਲ ਖੜੇ ਹੋਈਗਾ ਜੀ। ਹਾਂਜੀ ਹਾਂਜੀ ਗਰੇਵਾਲ ਸਾਹਿਬ, ਇੱਕ ਬੜਾ ਜ਼ਰੂਰੀ ਗਰੇਵਾਲ ਸਾਹਿਬ ਇੱਕ ਬੜਾ ਜ਼ਰੂਰੀ ਸਵਾਲ ਹੈ। ਮੈਨੂੰ ਲੱਗਦਾ ਤੁਸੀਂ ਇਸ ਚੀਜ਼ ਦੇ ਹੱਕ ਚੋਂ, ਜੋ ਹਾਲ ਹੀ ਦੇ ਵਿੱਚ ਆਨਰੇਬਲ ਹਾਈ ਕੋਰਟ ਦਾ ਫੈਸਲਾ ਆਇਆ ਕਿ ਪੰਚਾਇਤ ਨੂੰ ਜਿਹੜਾ ਡਿਸੋਲਵ ਕਰ ਦਿੱਤਾ ਗਿਆ ਸੀ ਸਰਕਾਰ ਦੁਆਰਾ, ਉਹ ਨੋਟੀਫਿਕੇਸ਼ਨ ਵਾਪਸ ਲੈ ਲਈ ਤੇ ਮੁੱਖ ਕਾਰਨ ਕੀ ਸਾਹਮਣੇ ਆਇਆ ਵੀ 6 ਮਹੀਨਾ ਪਹਿਲਾਂ ਇਹਨਾਂ ਨੇ ਭੰਗ ਕਰਤਾ ਸੀਗਾ, ਉਹਨੂੰ ਬੰਦਾ ਨਹੀਂ ਸੀ। ਉਵੇਂ ਹੁਣ ਮੈਨੂੰ ਇਹ ਗੱਲ ਦੱਸੋ, ਜੇ ਤੁਸੀਂ ਚਾਹੁੰਦੇ ਹੋ, ਇੱਕ ਸੈਕਿੰਡ ਸੁਣ ਲਓ ਕੈਂਡੀ, ਸਵਾਲ ਬੜਾ ਜ਼ਰੂਰੀ ਸਵਾਲ ਹੈ। ਤੁਸੀਂ ਚਾਹੁੰਦੇ ਹੋ ਕਿ ਸਾਰੇ ਦੇਸ਼ ਦੇ ਵਿੱਚ ਸਾਰੇ ਸੂਬਿਆਂ ਦਾ ਇੱਕੋ ਇੱਕ ਇਲੈਕਸ਼ਨ ਹੋਵੇ। ਫਰਜ਼ ਕਰੋ ਪੰਜਾਬ ਹੈ, ਹੁਣ ਪੰਜਾਬ ਦੇ ਵਿੱਚ ਸਰਕਾਰ ਨੂੰ 1.5 ਸਾਲ ਹੋਇਆ ਹੈ, 3.5 ਸਾਲ ਪਏ ਹੈ। ਇੱਕ ਵੈਸਟ ਬੰਗਾਲ ਦਾ ਉਦਾਹਰਨ ਲੈ ਲਓ, ਮਹਾਰਾਸ਼ਟਰ ਦਾ ਉਦਾਹਰਨ ਲੈ ਲਓ, ਕਿਤੇ 3 ਸਾਲ ਹੈ, ਕਿਤੇ 4 ਸਾਲ ਹੈ। ਤੇ ਇੱਕ ਸਾਈਮਲਟੇਨੀਅਸ ਇਲੈਕਸ਼ਨ ਤੁਸੀਂ ਕਿਵੇਂ ਇੰਪੋਜ਼ ਕਰ ਸਕਦੇ ਹੋ? ਸਾਰੇ ਸੂਬੇ ਲਈ ਸਰਕਾਰਾਂ ਤਾਂ ਇੱਕ ਟਾਈਮ ਤੇ ਖਤਮ, ਰਜੀਮ ਖਤਮ ਨਹੀਂ ਹੁੰਦਾ, ਟੈਨਿਓਰ ਖਤਮ ਨਹੀਂ ਹੁੰਦਾ। ਸੋ ਤੁਸੀਂ ਜੇ ਕਹੋਗੇ ਕਿ ਅਸੀਂ ਕਿਤੇ ਸਰਕਾਰ 3.5 ਸਾਲ ਬਾਅਦ ਖਤਮ ਕਰ ਰਹੇ ਹਾਂ, ਕਿਤੇ ਸਾਲ ਬਾਅਦ ਖਤਮ ਕਰ ਰਹੇ ਹਾਂ, ਉਹ ਲੋਕਾਂ ਦੇ ਵੋਟਾਂ ਨੂੰ ਵੀ ਅੰਡਰਮਾਈਨ ਕਰਨਾ ਹੋ ਜਾਊਗਾ। ਲੋਕਾਂ ਨੇ ਵੋਟ ਪਾਈ ਹੈ 5 ਸਾਲਾਂ ਲਈ, ਜਿਵੇਂ ਸੈਂਟਰ ਦੀ ਸਰਕਾਰ ਨੂੰ ਹੈ। ਮੈਨੂੰ ਇਹ ਦੱਸ ਦਿਓ ਕਿ ਜੇ ਸੈਂਟਰ ਦੀ ਸਰਕਾਰ ਨੂੰ 4 ਸਾਲ ਬਾਅਦ ਉਤਾਰ ਦਿੱਤਾ ਜਾਵੇ, ਸਾਲ ਘੱਟ ਜਾਂ 2 ਸਾਲ ਪਹਿਲਾਂ ਉਤਾਰ ਦਿੱਤਾ ਜਾਵੇ, ਜੋ ਤੁਸੀਂ ਸੁਜੈਸਟ ਕਰ ਰਹੇ ਹੋ, ਤਾਂ ਕੀ ਸੈਂਟਰ ਨੂੰ ਮਨਜ਼ੂਰ ਹੈ ਉਹ? ਜਵਾਬ ਲੈ ਲਓ, ਜਵਾਬ। ਹਾਂਜੀ ਸਰ ਤੁਹਾਡਾ, ਤੁਸੀਂ ਐਡਵੋਕੇਟ ਹੋ, ਇਸ ਕਰਕੇ ਤੁਹਾਡਾ ਪੁਆਇੰਟ ਵੀ ਵੈਲਿਡ ਆ। ਮੈਂ ਉਸ ਤੇ ਨਹੀਂ ਇਨਕਾਰੀ ਕਰਦਾ। ਇਸ ਚ ਕਰਨ ਕੌਣ ਜਾ ਰਿਹਾ? ਅਜੇ ਤੱਕ ਕੁਝ ਵੀ ਨਹੀਂ, ਅਜੇ ਤੱਕ ਸਲਾਹ ਮਸ਼ਵਰਾ। ਉੱਥੇ ਤੁਸੀਂ ਇਹ ਪੁਆਇੰਟ ਰੱਖ ਸਕਦੇ ਹੋ। ਉਹ ਕਮੇਟੀ ਇਸੇ ਕਰਕੇ ਬਣੀ ਆ ਤੇ ਉਸ ਤੋਂ ਬਾਅਦ ਡਿਸਕਸ਼ਨ ਸੰਸਦ ਚ ਵੀ ਹੋਣੀ ਆ, ਪਾਰਲੀਮੈਂਟ ਚ ਵੀ ਹੋਣੀ ਆ। ਕੋਈ ਜ਼ਬਰਦਸਤੀ ਤੇ ਕੁਝ ਵੀ ਨਹੀਂ ਹੋ ਜਾਣਾ। ਜੋ ਅਮੈਂਡਮੈਂਟਸ ਚਾਹੋਗੇ ਉਹ ਹੋਣਗੇ, ਨਹੀਂ ਚਾਹੋਗੇ ਨਹੀਂ ਹੋਏਗਾ। ਸੋਲੂਸ਼ਨ ਕੀ ਹੋ ਸਕਦਾ ਹੈ? ਹਾਂਜੀ, ਇਹਦਾ ਹੱਲ ਕੀ ਹੋ ਸਕਦਾ, ਦੱਸੋ ਗਰੇਵਾਲ ਸਾਹਿਬ। ਇਹਦਾ ਹੱਲ ਤਾਂ ਸਰ ਸਮਝ ਖੁਦੀ ਜਿਹੜੇ ਸਵਾਲ ਪੈਦਾ ਕਰਦੇ ਹੋ ਉਹਦੇ ਜਵਾਬ ਵੀ ਦੇਣਗੇ ਕਿ ਇਹਦਾ ਕੀ ਕੀਤਾ ਜਾਵੇ, ਕਰਨਾ ਜਾਂ ਨਹੀਂ ਕਰਨਾ। ਜੇ ਤੁਸੀਂ ਕਹੋਗੇ ਨਹੀਂ ਕਰਨਾ ਤੇ ਸਰਕਾਰ ਕੋਈ ਇਸ ਤਰ੍ਹਾਂ ਦੀ ਜਿੱਦੀ ਰਵਈਆ ਨਹੀਂ ਹੈ। ਸੰਵਿਧਾਨ ਡੈਮੋਕ੍ਰੇਸੀ ਹੈ, ਉਸ ਦੇ ਮੁਤਾਬਕ ਹੀ ਚੱਲੇਗਾ। ਜੇ ਇੰਨੇ ਸ਼ੰਕੇ ਨਾ ਖੜੇ ਕਰੋ। ਹਾਂ, ਗੱਲ ਜ਼ਰੂਰ ਰੱਖੋ, ਰੱਖਣੀ ਚਾਹੀਦੀ ਹੈ। ਕਮੇਟੀ ਨੂੰ ਵੀ ਮਿਲੋ। ਉਸ ਤੋਂ ਬਾਅਦ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਨੇ ਵੀ ਗੱਲ ਰੱਖਣੀ ਹੈ। ਜੇ ਸਹਿਮਤੀ ਨਹੀਂ ਬਣੇਗੀ ਤੇ ਜ਼ਰੂਰੀ ਤਾਂ ਨਹੀਂ ਹੁੰਦੀਆਂ ਉਹ ਸਾਰੀਆਂ ਚੀਜ਼ਾਂ। ਇਹ ਵੀ ਖੂਬਸੂਰਤੀ ਹੋਏਗੀ ਕਿ ਜੇਕਰ ਬਾਕੀ ਸਾਰਿਆਂ ਦੀ ਸੁਣੀ ਜਾਂਦੀ ਹੈ, ਸੁਣੇ ਜਾਣ ਤੋਂ ਬਾਅਦ ਜੇ ਉਹਨਾਂ ਦੀ ਮੰਨ ਵੀ ਲਈ ਜਾਂਦੀ ਹੈ, ਸ਼ਾਇਦ ਮੈਨੂੰ ਲੱਗਦਾ ਹੈ ਫੈਸਲਾ ਅੱਗੇ ਵੱਧ ਨਹੀਂ ਪਾਉਣਾ। ਬਹਿਰਹਾਲ ਗਰੇਵਾਲ ਸਾਹਿਬ, ਤੁਸੀਂ ਜੁੜੇ ਸਮਾਂ ਕੱਢਿਆ, ਤੁਹਾਡਾ ਬਹੁਤ-ਬਹੁਤ ਧੰਨਵਾਦ। ਔਰ ਮੁੰਬਈ ਮੰਥਨ ਦੇ ਵਿੱਚ ਰਾਹੁਲ ਗਾਂਧੀ ਕੀ ਕਹਿ ਰਹੇ, ਇੱਕ ਵਾਰੀ ਉਹ ਜ਼ਰੂਰ ਸੁਣਦੇ, ਫਿਰ ਅੱਗੇ ਵਧਾਂਗੇ ਚਰਚਾ ਦੇ ਵਿੱਚ। कि इंडिया अलायंस बीजेपी को चुनाव में आसानी से हरा देगा। बीजेपी हिंदुस्तान के गरीब लोगों से धन छीनकर चुने हुए 2-3 लोगों को देती है। ਗਰੇਵਾਲ ਸਾਹਿਬ, ਇਸ ਤੋਂ ਪਹਿਲਾਂ ਕਿ ਚਰਚਾ ਨੂੰ ਵਿਰਾਮ ਦਈਏ, ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਬੜਾ ਸਪਸ਼ਟ ਸਵਾਲ ਹੈ, ਲੋਕ ਜਿਹੜਾ ਜਾਣਨਾ ਚਾਹੁੰਦੇ ਆ, ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਹਨ ਜਾਂ ਨਹੀਂ? नहीं, किसने? सॉरी, आम आदमी पार्टी से कांग्रेस की इकट्ठे हन या नहीं? सर देखो, एज फार एज पंजाब इज कंसर्न, जिद्दन इंडिया अलायंस अनाउंस होया, ਅਸੀਂ ਬੜੀ ਕਲੀਅਰਲੀ ਕਹਿਤਾ ਸੀਗਾ ਕਿ ਪੰਜਾਬ ਦੇ ਵਿੱਚ ਸਾਡਾ ਕਿਸੇ ਤਰੀਕੇ ਦਾ ਗਠਬੰਧਨ, ਇਹ ਗਠਬੰਧਨ ਜਿਹੜਾ ਹੁਣ ਮੈਂ ਬਾਰ-ਬਾਰ ਕਹਿ ਰਿਹਾ, ਜਿਹੜੀ ਹਿੰਦੀ ਬੈਲਟ ਹੈ, ਜਿਹੜੀ ਹਿੰਦੀ ਬੈਲਟ ਦੇ ਵਿੱਚ बीजेपी पोलराइजेशन की राजनीति करती है। तुसीं सुनिया सी, मैं तुहानूं कहा सी जवाब नहीं दे पाउणगे, तां ही वो आए अपना पीस बदले चले गए। जिन्नी कैजुअली उन्होंने कहा कि 9 स्टेट गवर्नमेंट तो बदलदियां ही हुंदियां ने, ये तां हुंदा ही हुंदा। इन्नी कैजुअली उन्होंने कहता कि ऑपरेशन वोटर जिहड़ा असीं करदे हां वो तां हुंदा ही हुंदा। इदां ही इन्नी कैजुअली इन्हां दी जिहड़ियां डेमोक्रेटिक इंस्टीट्यूशनस हैं उन्हां नूं अंडर प्रैशर पा के उन्हां दे इकोनॉमी नूं छिक्के दे टंगिया कि जिहड़ी कैजुअल इन्हां दे रिमार्क्स ने, जिस तरह ये सोचते हैं, एक खतरनाक ने सर, बोलते कैजुअली ने चीज
ਕਰਦੇ ਸੀਰੀਅਸ ਨੇ। ਸੋ ਇਹ ਅਲਾਈਅੰਸ ਬੇਸਿਕਲੀ ਜਿਹੜੀ ਹਿੰਦੀ ਬੈਲਟ ਹੈ ਉਹਦੇ ਵਿੱਚ ਆਪੋਜੀਸ਼ਨ ਦੀ ਸੈਕੂਲਰ ਵੋਟ ਡਿਵਾਈਡ ਨਾ ਹੋਵੇ, ਉਹਦੇ ਲਈ ਹੋਇਆ। ਪੰਜਾਬ ਬਾਰੇ ਮੈਂ ਬਿਲਕੁਲ ਕਲੀਅਰ ਸਪਸ਼ਟ ਕਰਦਾ, ਪਹਿਲੇ ਦਿਨ ਅਸੀਂ ਆਪਣਾ ਸਟੈਂਡ ਕਲੀਅਰ ਕਰਤਾ ਸੀ ਕਿ ਪੰਜਾਬ ਦੇ ਵਿੱਚ ਸਾਡਾ ਕਿਸੇ ਤਰੀਕੇ ਦਾ ਗਰੇਵਾਲ ਸਾਹਿਬ, ਹਿੰਦੂ ਤੇ ਹਿੰਦੀ ਤਾਂ ਪੰਜਾਬ 'ਚ ਵੀ ਹਨ। ਨਹੀਂ ਬੈਲਟ ਸਰ, ਹਿੰਦੀ ਦੀ ਕੋਈ ਗੱਲ ਨਹੀਂ, ਇਸ ਪੰਜਾਬੀ ਫਰਕ ਹੈ ਸਰ। ਨਹੀਂ, ਵੋਟ ਤਾਂ ਇੱਧਰ ਵੀ ਪੋਲਰਾਈਜ਼ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਐਕਸ ਕਾਂਗਰਸੀ ਨਵੇਂ ਬੀਜੇਪੀ ਦੇ ਵਿੱਚ ਗਏ ਹੈ, ਜੇ ਲੀਡਰ ਦੇ ਨਾਲ ਕੋਈ ਜਾਂਦਾ ਪਰ ਥੋੜੇ ਵੋਟ ਬੈਂਕ ਤਾਂ ਸ਼ਿਫਟ ਹੁੰਦਾ ਹੀ ਹੈ, ਸ਼ਫਲ ਕਰਦਾ ਹੀ ਹੈ। ਤੁਸੀਂ ਪੰਜਾਬ ਦੇ ਹਿੰਦੂ ਨੂੰ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਕਾਓ ਬੈਲਟ ਨਾਲ। ਕਾਰਨ ਕੀ ਹੈ? ਪੰਜਾਬ ਦੇ ਹਿੰਦੂ ਨੇ 47 ਚ ਵੀ ਸੰਤਾਪ ਹੋ ਗਿਆ, ਪੰਜਾਬ ਨੇ 47 ਸੰਤਾਪ ਹੋ ਗਿਆ, ਬੰਗਾਲ ਹੋ ਗਿਆ, ਕਾਓ ਬੈਲਟ ਨੇ ਨਹੀਂ ਭੋਗਿਆ। ਤੁਸੀਂ ਇਹਨਾਂ ਦੀ ਨਫ਼ਰਤਾਂ ਨਹੀਂ ਦੇਖੀਆਂ। ਪੰਜਾਬ ਨੇ ਉਸ ਤੋਂ ਬਾਅਦ ਫੇਰ ਡਿਵੀਜ਼ਨ ਦੇਖੀ 66, ਜਦੋਂ ਹਰਿਆਣੇ 'ਚ ਸੈਕੰਡ ਲੈਂਗੁਏਜ ਤਾਮਿਲ ਲਿਖੀ ਗਈ। ਪੰਜਾਬ ਨੇ ਫੇਰ ਦੇਖਿਆ 80 ਤੇ 90 ਦਾ ਦਹਾਕਾ, ਫੇਰ ਦੇਖਿਆ ਸਾਡੇ ਵਿੱਚ ਵਸਿਆ ਹੋਇਆ ਕਿ ਅਸੀਂ ਇਸ ਵੰਡ ਨੂੰ ਦੁਬਾਰਾ ਕਿਉਂ ਬੀਜੇਪੀ ਪੈਰ ਨਹੀਂ ਲਾ ਸਕਦੀ ਜੀ, ਪੰਜਾਬ ਕਿਉਂ ਨਹੀਂ ਲਾ ਸਕਦੀ? ਇਸੇ ਗੱਲ ਹੀ ਨਹੀਂ ਲਾ ਸਕਦੀ ਕਿਉਂਕਿ ਪੰਜਾਬੀ ਜਾਣਦੇ ਨੇ ਕਿ ਇਹ ਸੋਚ ਕਿ ਇਹ ਜਿਹੜਾ ਤਰੀਕਾ ਇਹਨਾਂ ਦਾ ਰਾਜਨੀਤੀ ਦਾ, ਇਹ ਦੇਸ਼ ਨੂੰ ਆਲਰੇਡੀ ਇੱਕ ਵਾਰੀ ਵੰਡਿਆ ਜਾ ਚੁੱਕਾ, ਦੁਬਾਰਾ ਵੀ ਵੰਡਿਆ ਜਾ ਸਕਦਾ। ਸੋ ਪੰਜਾਬੀ ਇਹਦੇ ਤੋਂ ਲੱਗਦਾ ਜਿਹੜੀ ਉਹ ਪਰਟੀਕੁਲਰ ਬੈਲਟ ਦੀ ਮੈਂ ਗੱਲ ਕਰ ਰਿਹਾ, ਜਿੱਥੇ ਵਿੱਚ ਜੇ ਆਪਾਂ ਸ਼ੁਰੂ ਕਰੀਏ ਕਿ ਦਿੱਲੀ ਤੋਂ ਲੈ ਕੇ ਬਿਹਾਰ ਤੱਕ, ਉਹ ਬੈਲਟ ਜਿਹੜੀ ਹੈ, ਉਸ ਬੈਲਟ ਦੇ ਵਿੱਚ ਇਹ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਦੇ ਆ। ਉਸ ਰਾਜਨੀਤੀ ਨੂੰ ਠੱਲ ਪਾਉਣ ਲਈ ਅਲਾਇੰਸ ਹੈ। ਇਹ ਸਾਡੇ ਵੱਲੋਂ ਸਪਸ਼ਟ ਕਲੀਅਰ ਸਟੈਂਡ ਹੈ। ਠੀਕ ਹੈ। ਖੜਿਆਲ ਸਾਹਿਬ, ਕੀ ਪੰਜਾਬ ਦੇ ਲੀਡਰ ਇਸ ਗੱਲੋਂ ਘਬਰਾਉਂਦੇ ਆ ਵੀ ਜੇ ਅਲਾਇੰਸ ਹੋ ਗਿਆ, ਜਿੱਥੇ ਕਿਤੇ ਫੁੱਲ ਫਲੈਜ ਲੜਨਾ ਸੀ, ਜਿੱਥੇ ਟਿਕਟਾਂ ਦੀ ਵੰਡ ਜਿਹੜੀ ਆਪਣੇ ਪੱਧਰ ਤੇ ਖੁੱਲੇ ਪੱਧਰ ਤੇ ਹੋਣੀ ਸੀ, ਉਹ ਤਕਸੀਮ ਹੋ ਜਾਏਗੀ? ਧੰਨਵਾਦ ਧਾਲੀਵਾਲ ਸਾਹਿਬ ਸਵਾਲ ਲਈ। ਜਿੱਥੋਂ ਤੱਕ ਲੀਡਰਾਂ ਤੁਸੀਂ ਕਿਹਾ ਵੀ ਡਰ ਹੈ, ਕਾਂਗਰਸ ਪਾਰਟੀ ਦੇ ਲੀਡਰ ਨੂੰ ਨਾ ਕੋਈ ਡਰ ਹੈ ਨਾ ਕੋਈ ਭੌ ਹੈ। ਤੇ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ, ਜੋ ਇੱਥੇ ਨੁਮਾਇੰਦੇ ਬੈਠੇ ਗਰੇਵਾਲ ਸਾਹਿਬ ਨੇ ਇੱਕ ਚੀਜ਼ ਠੀਕ ਕਹੀ, ਇਹਨਾਂ ਨੇ ਪਹਿਲੇ ਸੈਗਮੈਂਟ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਕਿ ਇੱਥੇ ਏਜੰਡਾ ਜਿਹੜਾ ਹੈਗਾ ਹੈ ਉਹ ਭਾਰਤੀ ਜਨਤਾ ਪਾਰਟੀ ਜੋ ਸਾਡੇ ਲੋਕਤੰਤਰ ਲਈ ਖਤਰਾ ਬਣੀ ਹੋਈ ਹੈ ਉਹਨੂੰ ਬਚਾਉਣਾ। ਤੇ ਇਸ ਚੀਜ਼ ਤੇ ਅਸੀਂ ਅਗਰੀ ਕਰਦੇ ਹਾਂ ਤੇ ਉਮੀਦ ਕਰਦਾ ਕਿ ਸਾਰੇ ਇੱਕ ਚੀਜ਼ ਨੂੰ ਸਮਝਣਗੇ ਕਿ ਦੇਸ਼ ਦੇ ਵਿੱਚ ਜੇ ਲੋਕਤੰਤਰ ਹੈ, ਸੰਵਿਧਾਨ ਹੈ, ਸਾਡਾ ਦੇਸ਼ ਹੈ ਤੇ ਸਭ ਕੁਝ ਹੈ। ਜੇ ਲੋਕਤੰਤਰ ਹੀ ਨਹੀਂ ਹੈ, ਆ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ ਗੱਲਾਂ ਹੈ, ਤੇ ਫਿਰ ਸਾਡਾ ਦੇਸ਼ ਚੱਲੂਗਾ ਕਿਵੇਂ? ਸਾਡੇ ਸੂਬਿਆਂ ਦੀ ਜਿਹੜੀ ਆਵਾਜ਼ ਹੈ, ਜਿਹੜੇ ਉਹਨਾਂ ਦੇ ਕਲਚਰਸ, ਟ੍ਰੈਡੀਸ਼ਨਸ ਹੈ, ਰੀਜਨਸ ਹੈ, ਰਿਲੀਜਨਸ ਹੈ, ਕਮਿਊਨਿਟੀਜ਼ ਹੈ, ਲਿੰਗੁਇਸਟਿਕ ਜਿਹੜੇ ਐਸਪੈਕਟਸ ਹੈ, ਉਹ ਕਿਵੇਂ ਸਾਰੇ ਕੰਸੀਡਰ ਹੋਣਗੇ? ਸੋ ਐਜ਼ ਆਫ ਨਾਓ ਮੈਂ ਉਮੀਦ ਕਰਦਾ ਸਾਰੇ ਬਿਗਰ ਪਿਕਚਰ ਵੱਲ ਦੇਖਣਗੇ। ਲੈਟਸ ਲੁੱਕ ਐਟ ਦ ਬਿਗਰ ਪਿਕਚਰ, ਜੋ ਵੱਡੀ ਪਿਕਚਰ ਹੈ, ਸਾਡੇ ਲੋਕਤੰਤਰ ਨੂੰ ਬਚਾਉਣਾ, ਸਾਡੇ ਸੰਵਿਧਾਨ ਨੂੰ ਬਚਾਉਣਾ, ਸਾਡੇ ਦੇਸ਼ ਨੂੰ ਬਚਾਉਣਾ। ਜਿਹੜੀ ਹੋਰ ਚੀਜ਼ ਹੈ ਉਹ ਭਾਰਤੀ ਜਨਤਾ ਪਾਰਟੀ ਕੋਸ਼ਿਸ਼ ਕਰ ਰਹੀ ਹੈ ਵੀ ਅਟੈਂਸ਼ਨ ਡਾਇਵਰਟ ਹੋ ਸਕੇ, ਕੋਈ ਟੁੱਟ ਆ ਜੇ, ਕੋਈ ਆਪਣਾ ਕੋਈ ਇਸ਼ੂ ਹੋ ਜੇ, ਕੋਈ ਲੜਾਈ ਹੋ ਜੇ। ਭਾਰਤੀ ਜਨਤਾ ਪਾਰਟੀ ਨੇ ਬਹੁਤ ਕੋਸ਼ਿਸ਼ ਕਰਕੇ ਦੇਖ ਲਈ ਹੈ, ਨਾਕਾਮ ਹੋਏ ਹਰੇਕ ਵਾਰੀ। ਤੇ ਮੈਂ ਇਹ ਵੀ ਦੱਸਦਾ ਕਿ ਗਰੇਵਾਲ ਸਾਹਿਬ ਜਦੋਂ ਹੁਣ ਬੈਠੇ ਇੱਥੇ ਗੱਲਾਂ ਕਰ ਰਹੇ ਸੀਗੇ, ਜਿਹੜਾ ਮੈਂ ਸਵਾਲ ਪੁੱਛਿਆ ਕਿਸੇ ਭਾਰਤੀ, ਮੈਂ ਨੈਸ਼ਨਲ ਚੈਨਲ ਤੇ ਵੀ ਬੜੀ ਦਫਾ ਇਹ ਸਵਾਲ ਪੁੱਛਿਆ ਹੈ ਜਦ ਦੀ ਵਨ ਨੇਸ਼ਨ ਵਨ ਇੰਡੀਆ ਵਨ ਇਲੈਕਸ਼ਨ ਵਾਲੀ ਗੱਲ ਚੱਲੀ ਹੈ ਇੰਡੀਆ 'ਚ, ਕਿ ਬੀਜੇਪੀ ਇਹ ਚੀਜ਼ ਕਿਵੇਂ ਕਰੂਗੀ? ਕਿਤੇ 4.5 ਸਾਲ ਹੋਏ ਸਰਕਾਰ ਨੂੰ, ਕਿਤੇ 3 ਹੋਏ ਹੈ, ਕਿਤੇ 2 ਹੋਏ ਹੈ। ਤੁਸੀਂ ਕਿਵੇਂ ਸਾਰੇ ਪਾਸੇ ਆਪਣਾ ਇਹ ਇੰਪੋਜ਼ ਕਰ ਸਕਦੇ ਹੋ ਕਿ ਅੱਜ ਤੋਂ ਇਲੈਕਸ਼ਨ ਹੋਊਗਾ ਤੇ ਤੁਹਾਡਾ ਜਿਹੜਾ ਹੱਕ ਸੀਗਾ 5 ਸਾਲ ਤੋਂ ਅਸੀਂ ਖੋਲਾਂਗੇ? ਸੋ ਇਹ ਚੀਜ਼ ਫੀਜ਼ੀਬਲ ਨਹੀਂ ਹੈ, ਪੋਸੀਬਲ ਨਹੀਂ ਹੈ। ਨਾਲੇ ਮੈਂ ਵੀ ਦੱਸਦਾ, ਪਹਿਲਾਂ ਸਾਈਮਲਟੇਨੀਅਸ ਇਲੈਕਸ਼ਨ ਬਹੁਤ ਪਹਿਲਾਂ ਅੱਜ ਤੋਂ ਹੋਏ ਹੈ 1950s ਦੇ ਵਿੱਚ। ਤੇ ਕਿਉਂਕਿ ਸਾਡੇ ਦੇਸ਼ ਦੇ ਵਿੱਚ ਉਹ ਕਹਿੰਦੇ ਨੇ ਯੂਨਿਟੀ ਇਨ ਡਾਇਵਰਸਿਟੀ, ਸਾਡਾ ਦੇਸ਼ ਇੱਕ ਗੁਲਦਸਤਾ ਹੈ, ਗੁਲਦਸਤਾ। ਤੇ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਉਹ ਗੁਲਦਸਤਾ ਖਤਮ ਹੋ ਜਾਏ ਤੇ ਸਿਰਫ ਔਰ ਸਿਰਫ ਇੱਕ ਕਮਲ ਰਹਿ ਜੇ। ਇਹ ਚੀਜ਼ ਨਾ ਕਦੇ ਪਹਿਲਾਂ ਹੋਈ ਹੈ ਤੇ ਨਾ ਕਦੇ ਹੋਊਗੀ। ਜਵਾਬ 2024 ਦੇਵਾਂਗੇ ਇਹਨਾਂ ਨੂੰ। ਠੀਕ ਹੈ ਖੜਿਆਲ ਸਾਹਿਬ, ਇਸ ਚਰਚਾ 'ਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਗਰੇਵਾਲ ਸਾਹਿਬ, ਤੁਸੀਂ ਵੀ ਚਰਚਾ ਦੇ ਜੁੜੇ ਸਮਾਂ ਕੱਢਿਆ, ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਇੱਥੇ ਚਰਚਾ ਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਹੈ, ਕਿਸੇ ਵੀ ਬਿਨਾਂ ਦਿੱਤੇ, ਕਿਸੇ ਵੀ ਸ਼ਰਤ ਦਿੱਤੇ ਇਕੱਠੇ ਹੋਣ ਲਈ ਤਿਆਰ ਨਹੀਂ। ਭਾਵੇਂ ਕਿ ਉੱਪਰ ਜਿਹੜਾ ਨੈਸ਼ਨਲ ਲੈਵਲ ਤੇ ਇੰਡੀਆ ਅਲਾਇੰਸ ਹੋ ਰਿਹਾ ਹੈ ਉੱਥੇ ਇੱਕਮਿਕ ਹੈ। ਔਰ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਦੋਵੇਂ ਪਾਰਟੀਆਂ ਤੇ ਹੋਰ तमाम ਪਾਰਟੀਆਂ ਇਸ ਦੇ ਹੱਕ 'ਚ ਨਹੀਂ। ਔਰ ਦੇਖਣਾ ਹੋਵੇਗਾ ਕਿ ਵਾਕਿਆ ਹੀ ਸਲਾਹ ਮਸ਼ਵਰੇ ਤੋਂ ਬਾਅਦ ਉਹ ਸਲਾਹ ਮਸ਼ਵਰੇ ਦੀ ਕਦਰ ਪੈਂਦੀ ਹੈ ਜਾਂ ਨਹੀਂ ਪੈਂਦੀ।
ਦੀ ਸਪੋਕਸਮੈਨ ਡਿਬੇਟ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।